ਤੁਸੀਂ ਕਿਹਾ ਸੀ ਕਿ ਮੈਂ ਵੀ ਦੁਆ ਕਰਦੀ ਹਾਂ ਖਹਿਰਾ ਜਲਦੀ ਬਾਹਰ ਆਉਣ, ਮੁਕਾਬਲਾ ਫੇਰ ਹੀ ਬਣੇਗਾ। ਤਾਂ ਹੁਣ ਤੁਹਾਡੀ ਦੁਆ ਵੀ ਪੂਰੀ ਹੋ ਗਈ, ਕਬੂਲ ਹੋ ਗਈ ਤੁਹਾਡੀ ਦੁਆ। नहीं तो इतने जित ही नहीं सकता भावें जो मर्जी हो जाए। ਜਿਹੜਾ ਵਿਅਕਤੀ 5 ਸਾਲ MLA ਦੀ ਵੋਟ ਲੈ ਕੇ ਮੁੜ ਕੇ ਉੱਥੇ LOP ਬਣ ਕੇ ਵੀ ਇਹਨਾਂ ਨੇ ਕੰਮ ਨਹੀਂ ਕੋਈ ਕੀਤਾ ਤੇ ਲੋਕਾਂ ਦੇ ਮਨ 'ਚ ਕੀ ਰੋਸ ਨਹੀਂ ਹੁੰਦਾ। ਇਹ ਗੱਲ ਰਾਣਾ ਗੁਰਜੀਤ ਵੀ ਕਹਿੰਦੇ ਨੇ, ਕਹਿੰਦੇ ਮੈਨੂੰ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਪੈਗੀ, ਬੀਬੀ ਜਗੀਰ ਕੌਰ ਸੌਖੇ ਜਿੱਤ ਜਾਣਗੇ। ਨਹੀਂ, ਮੇਰਾ ਆਪਣਾ ਆਧਾਰ ਹੈ ਜੀ। ਬੀਜੇਪੀ ਤੋਂ ਮੈਨੂੰ ਯਾਦ ਆ ਗਿਆ, ਪਿੱਛੇ ਤੁਹਾਡੀ ਵੀ ਚਰਚਾ ਚੱਲ ਗਈ ਸੀ, ਕਹਿੰਦੇ ਬੀਜੇਪੀ 'ਚ ਜਾਣਗੇ ਬੀਬੀ ਜਗੀਰ ਕੌਰ। ਸਭ ਤੋਂ ਵੱਧ ਬਦਨਾਮ ਉਦੋਂ ਰਾਹੁਲ ਗਾਂਧੀ ਆਇਆ, ਉਹਨੇ ਇੱਕ ਬਿਆਨ ਦਿੱਤਾ ਜੀ, ਮੈਂ ਘੁੰਮ ਕੇ ਆਇਆ 70% ਤੇ ਨਸ਼ਈ ਹੋ ਗਏ ਪੰਜਾਬੀ। ਲੱਖਾਂ ਰੁਪਏ ਲੈ ਲੈ ਕੇ ਗਏ, ਉੱਥੇ ਭਰ ਕੇ ਗੱਡੀਆਂ ਭਰ ਬਹਿੰਦੇ ਸੀਗੇ ਉਹ ਲੋਕ। ਅਸੀਂ ਭੇਜਦੇ ਸੀਗੇ, ਅਸੀਂ ਉੱਥੇ ਕਹਿੰਦੇ ਸੀ ਜਾ ਕੇ ਬੈਠੋ ਤਾਂ ਜੋ ਕਿਸਾਨੀ ਮੋਰਚਾ ਕਮਜ਼ੋਰ ਨਾ ਹੋਵੇ। ਅਸੀਂ ਸਾਰਾ ਸ਼੍ਰੋਮਣੀ ਕਮੇਟੀ ਕੰਮ ਕਰਦੀ ਸੀ, ਕਹਿੰਦੇ ਸੀ ਬੀਬੀ ਜੀ ਤੁਸੀਂ ਨਾ ਆਇਓ, ਬਾਕੀ ਏਦਾਂ ਸਾਡੀ ਸੇਵਾ ਕਰੀ ਜਾਓ। ਕੌਣ? ਕਿਸਾਨ ਯੂਨੀਅਨ ਕਹਿੰਦੇ ਕਿਸਾਨ। ਕਿਹੜੇ ਆਗੂ ਨੇ ਕਿਹਾ ਸੀ? ਉਹ ਜਦੋਂ ਮੈਨੂੰ ਫੋਨ ਕਰ ਦਿੰਦੇ ਹੁੰਦੇ ਸੀ ਵੀ ਇੰਨੇ ਹੁਣ ਟੈਂਟ ਲਵਾ ਦਿਓ, ਵਾਟਰਪ੍ਰੂਫ ਉੱਥੇ ਲਵਾ ਦਿਓ, ਗਾਜ਼ੀਆਬਾਦ ਲਵਾ ਦਿਓ, ਇੱਥੇ ਲਵਾ ਦਿਓ। ਚੜੂਨੀ ਮੈਨੂੰ ਫੋਨ ਬੜੇ ਕਰਦਾ ਰਿਹਾ। ਯੂਨੀਅਨ ਵਾਲੇ ਜੀ ਸਦਕੇ ਚੋਣ ਲੜਨ, ਮੈਂ ਨਹੀਂ ਕਹਿੰਦੀ ਕਿਉਂਕਿ ਹਰ ਇੱਕ ਨੂੰ ਡੈਮੋਕ੍ਰੇਸੀ ਵਿੱਚ ਹੱਕ ਹੈ, ਪਰ ਇਹ ਕਹਿਣਾ ਕਿ ਉੱਥੇ ਇਕੱਲੇ ਯੂਨੀਅਨ ਵਾਲੇ ਸਾਰਾ ਕੁਝ ਧਰਨੇ ਲਾ ਕੇ ਬੈਠੇ ਸੀ, ਨਹੀਂ। ਜਿਹੜੇ ਲੋਕ ਖੜੇ ਆ ਉਹਨਾਂ ਨੂੰ ਪੁੱਛੋ ਵੀ ਉਹ ਕਿੰਨੀ ਕਿਸਾਨੀ ਕਰਦੇ ਆ, ਕਿੰਨੀ ਖੇਤੀ ਕਰਦੇ। ਮੈਂ ਹੁਣ ਮੇਰੇ ਕੋਲ ਜ਼ਮੀਨ ਹੈ, ਮੈਂ ਖੇਤੀ ਕਰਦੀ ਹਾਂ, ਮੈਂ ਕਿਸਾਨ ਨਹੀਂ। ਪੰਜਾਬ ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਹਲਕਾ ਭੁਲੱਥ ਦੀ ਚੋਣ ਵੀ ਬੜੀ ਇੰਟਰਸਟਿੰਗ ਰਹਿੰਦੀ ਆ, ਕਿਉਂਕਿ ਇੱਥੋਂ ਮੁਕਾਬਲਾ ਹੁੰਦਾ ਬੀਬੀ ਜਗੀਰ ਕੌਰ ਤੇ ਸੁਖਪਾਲ ਸਿੰਘ ਖਹਿਰਾ ਦਾ। ਇਹਨਾਂ ਦੀ ਟੱਕਰ ਕੇਵਲ ਚੋਣਾਂ ਵੇਲੇ ਨਹੀਂ, ਚੋਣਾਂ ਤੋਂ ਬਾਹਰ ਵੀ ਇਹਨਾਂ ਦੀ ਹਮੇਸ਼ਾ ਬਿਆਨਬਾਜ਼ੀ ਟੱਕਰ ਇੱਕ ਦੂਜੇ ਖਿਲਾਫ ਦੇਖਣ ਨੂੰ ਮਿਲਦੀ ਆ। ਤਾਂ ਇਸ ਵਾਰ ਫਿਰ ਇੱਕ ਵਾਰ ਸੁਖਪਾਲ ਸਿੰਘ ਖਹਿਰਾ ਤੇ ਬੀਬੀ ਜਗੀਰ ਕੌਰ ਮੈਦਾਨ 'ਚ ਨੇ। ਤਾਂ ਬੀਬੀ ਜੀ, ਸੁਖਪਾਲ ਸਿੰਘ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਗਏ, ਮੁਕਾਬਲਾ ਕਹਿੰਦੇ ਅਸਲ ਹੁਣ ਸ਼ੁਰੂ ਹੋਇਆ, ਕਿਵੇਂ ਦੇਖਦੇ? ਸਭ ਤੋਂ ਪਹਿਲਾਂ ਤਾਂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅੱਛੀ ਗੱਲ ਹੈ ਜੀ, ਚੋਣ ਦੇ ਮੈਦਾਨ 'ਚ ਜਿਹਨਾਂ ਚੋਣ ਲੜਨੀ ਹੈ, ਜਦ ਤੱਕ ਉਹ ਚੋਣ ਦੇ ਮੈਦਾਨ 'ਚ ਨਾ ਹੋਣ ਉਨ ਚਿਰ ਚੋਣ ਗਰਮੀ ਨਹੀਂ ਹੁੰਦੀ। ਕਿਉਂਕਿ ਜਿਹੜੇ ਵਰਕਰ ਹੁੰਦੇ ਹਨ ਜੀ, ਇੱਕ ਸਾਈਡਡ ਜਿਹੜੀ ਚੋਣ ਹੁੰਦੀ ਹੈ, ਵਨ ਸਾਈਡਡ, ਪਤਾ ਨਹੀਂ ਲੱਗਦਾ ਕਿ ਕਿਹੜਾ ਵਰਕਰ ਕਿਹੜੇ ਪਾਸੇ ਹੈ। ਭਾਵੇਂ ਆਪਣੇ ਵਰਕਰ ਤੇ ਚੱਲਦੇ ਹੀ ਹੁੰਦੇ ਆ, ਪਰ ਦੂਜਾ ਜਿਹੜਾ ਵਰਕਰ ਹੈ ਉਹਦਾ ਅਸੀਂ ਕਹਿੰਨੇ ਵੀ ਹੈ, ਸਾਨੂੰ ਆਸ ਵੀ ਹੁੰਦੀ ਹੈ ਕਿ ਵੋਟ ਪਾਏਗਾ, ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਦੂਜਾ ਮੈਦਾਨ ਚ ਆਏਗਾ ਫਿਰ ਹੀ ਪਤਾ ਲੱਗੇਗਾ ਨਾ ਐਗਜ਼ੈਕਟ ਕੀ ਪੋਜੀਸ਼ਨ ਹੈ। ਹੁਣ ਕੀ ਪੋਜੀਸ਼ਨ ਆ ਸਾਡੀ? ਪੋਜੀਸ਼ਨ ਤੇ ਪਹਿਲਾਂ ਵਰਗੀ ਹੈ ਜੀ, ਪਹਿਲਾਂ ਵੀ ਜਿੱਦਾਂ ਦੀ ਸੀ। ਜੇ ਤੇ ਕੱਲ ਆਏ ਨੇ ਉਹਨਾਂ ਨੇ ਕੋਈ 500-700 ਬੰਦਾ ਇਕੱਠਾ ਕਰਕੇ ਪਹਿਲਾਂ ਇਲੈਕਸ਼ਨ ਕੋਡ ਦੀਆਂ ਧੱਜੀਆਂ ਉਡਾਤੀਆਂ ਪਹਿਲੇ ਦਿਨ ਹੀ। ਉਹ ਤੇ ਪਤਾ ਹੀ ਹੈ ਲੋਕਾਂ ਨੂੰ ਵੀ ਇਨਡਿਸਪਲਿਨ ਉਹਦੀ ਸੋਚ ਹੈ ਤੇ ਉਹਨੇ ਆਪਣੇ ਹਿਸਾਬ ਨਾਲ ਚੱਲਣਾ। ਮੈਂ ਤੁਹਾਨੂੰ ਸੁਣ ਰਿਹਾ ਸੀ ਕਿਤੇ, ਤਾਂ ਤੁਸੀਂ ਕਿਹਾ ਸੀ ਕਿ ਮੈਂ ਵੀ ਦੁਆ ਕਰਦੀ ਹਾਂ ਖਹਿਰਾ ਜਲਦੀ ਬਾਹਰ ਆਉਣ, ਮੁਕਾਬਲਾ ਫੇਰ ਹੀ ਬਣੇਗਾ। ਤਾਂ ਹੁਣ ਤੁਹਾਡੀ ਦੁਆ ਵੀ ਪੂਰੀ ਹੋ ਗਈ, ਕਬੂਲ ਹੋ ਗਈ ਤੁਹਾਡੀ ਦੁਆ। ਦੇਖੋ ਜੀ, ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਜੋ ਤੁਹਾਡਾ ਕੋਈ ਬੁਰਾ ਵੀ ਕਰੇ ਉਹਦਾ ਵੀ ਭਲਾ ਮੰਗੋ। ਗੁਰੂ ਸਾਹਿਬ ਜੀ ਦਾ ਫਲਸਫਾ ਹੀ ਹੈ ਕਿ ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ ਕੋਈ। ਸਾਡਾ ਤੇ ਗੁਣ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਣਾ, ਸਰਬੱਤ ਦੇ ਭਲੇ ਵਿੱਚ ਉਹਨਾਂ ਲੋਕਾਂ ਦਾ ਹੀ ਭਲਾ ਮੰਨਣਾ ਜਿਹੜੇ ਲੋਕ ਭਾਵੇਂ ਸਾਡਾ ਬੁਰਾ ਹੀ ਮੰਨਦੇ ਹੋਣ। ਸੋ ਇਸ ਕਰਕੇ ਮੈਂ ਤਾਂ ਸਮਝਦੀ ਹੈ ਕਿ ਅੱਛੀ ਗੱਲ ਹੈ, ਡੈਮੋਕ੍ਰੇਸੀ ਹੈ, ਹਰ ਇੱਕ ਦਾ ਹੱਕ ਹੈ ਕਿ ਉਹ ਆਪਣੀ ਚੋਣ ਮੈਦਾਨ ਦੇ ਵਿੱਚ ਆ ਕੇ ਚੋਣ ਲੜੇ। ਤੇ ਫਿਰ ਮੈਂ ਕਿਉਂ ਕਹਾਂ ਕਿ ਕੋਈ ਚੋਣ ਤੋਂ ਆਪਣੇ ਬਾਹਰ ਨਾ ਆ ਕੇ ਚੋਣ ਨਾ ਲੜੇ, ਮੈਨੂੰ ਕੀ ਲੋੜ ਹੈ? ਵੀ ਸੁਖਪਾਲ ਸਿੰਘ ਖਹਿਰਾ ਦੇ ਹਲਕੇ ਦੇ ਵਿੱਚ ਕੁਝ ਕਾਂਗਰਸੀ ਲੀਡਰ ਵੀ ਉਹਨਾਂ ਦਾ ਵਿਰੋਧ ਕਰ ਰਹੇ ਨੇ, ਜਿਵੇਂ ਕੈਬਨਿਟ ਮਿਨਿਸਟਰ ਰਾਣਾ ਨੇ, ਉਹ ਵੀ ਉਹਨਾਂ ਦਾ ਵਿਰੋਧ ਕਰ ਰਹੇ ਨੇ। ਤਾਂ ਖਹਿਰਾ ਨੂੰ ਤਾਂ ਕਿਸੇ ਨਾ ਕਿਸੇ ਤਰੀਕੇ ਦਾ ਨੁਕਸਾਨ ਹੋਏਗਾ, ਤਾਂ ਕਿ ਸਿੱਧੇ ਤੌਰ ਤੇ ਤੁਹਾਨੂੰ ਉਹਦਾ ਕੀ ਫਾਇਦਾ? ਦੇਖੋ, ਜਿਹੜੇ ਕਾਂਗਰਸ ਵਾਲੇ ਹੈ ਉਹ ਇਕੱਠੇ ਕੌਣ ਹੈ? ਹਰ ਲੀਡਰ ਇੱਕ ਦੂਜੇ ਨਾਲ ਲੜਦਾ ਹੈ। ਉਹਦਾ ਕਾਰਨ ਕੀ ਹੈ? 5 ਸਾਲ ਇਹਨਾਂ ਨੇ ਕੀਤਾ ਕੁਛ ਨਹੀਂ। 5 ਸਾਲ ਇਹਨਾਂ ਦੀ ਲੜਾਈ ਲੁੱਟਣ ਕੁੱਟਣ ਦੀ ਰਹਿ ਗਈ, ਕੁਰਸੀਆਂ ਦੀ ਰਹਿ ਗਈ। ਕੁਰਸੀ ਦੀ ਲੜਾਈ ਸੀ ਤੇ 4.5 ਸਾਲ ਕੈਪਟਨ ਅਮਰਿੰਦਰ ਨੇ ਕੁਛ ਨਹੀਂ ਕੀਤਾ ਤੇ ਇਹਨਾਂ ਸਾਰੇ ਰਲ ਕੇ ਉਹਨੂੰ ਲਾ ਦਿੱਤਾ। ਕੁਰਸੀ ਕਰਕੇ ਲਾਇਆ ਨਾ। ਜੇ ਉਹ ਗਿਆ ਬਾਹਰ, ਉਹਨੇ ਨਵੀਂ ਪਾਰਟੀ ਬਣਾ ਲਈ, ਉਹ ਵੀ ਕੁਰਸੀ ਦੀ ਲੜਾਈ। ਜੇ ਦੂਜੇ ਲੀਡਰ ਜਿਹਨੂੰ ਕੁਛ ਨਹੀਂ ਮਿਲਿਆ
ਉਹ ਵੀ ਲੜਾਈ ਕਰੀ ਜਾਂਦਾ। ਸੋ ਇਹਨਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ, ਪੰਜਾਬ ਦੇ ਮੁੱਦਿਆਂ ਦਾ ਕੋਈ ਦਰਦ ਨਹੀਂ, ਪੰਜਾਬ ਦੀ ਖੁਸ਼ਹਾਲੀ ਦਾ ਕੋਈ ਦਰਦ ਨਹੀਂ, ਪੰਜਾਬ ਕਿੱਦਾਂ ਵਿਕਾਸ ਕਰੇ ਉਧਰ ਤਾਂ ਧਿਆਨ ਹੀ ਨਹੀਂ ਇਹਨਾਂ ਦਾ। ਇਹਨਾਂ ਦੇ ਤਾਂ ਸਿਰਫ ਇੱਕੋ ਹੀ ਹੈ ਕਿ ਪੈਸੇ ਕਿੱਦਾਂ ਲੁੱਟਣਾ ਤੇ ਕਿੱਦਾਂ ਪੰਜਾਬ ਨੂੰ ਤਬਾਹ ਕਰਨਾ। ਸੋ ਆਪਸ ਵਿੱਚ ਲੜੀ ਜਾਂਦੇ ਆ। ਗੁਰਜੀਤ ਸਿੰਘ ਰਾਣੇ ਨੇ ਆਪਣਾ ਕੋਈ ਬੰਦਾ ਖੜਾ ਕਰ ਦਿੱਤਾ। ਇਹ ਗੱਲ ਇਹ ਹੈ ਕਿ 5 ਸਾਲ ਉਹ ਦਰਅਸਲ 4.5 ਸਾਲ ਕੰਮ ਕਰਦੇ ਰਹੇ ਇੱਥੇ। ਜਿਹੜਾ ਉਹਨੇ ਖੜਾ ਕੀਤਾ ਉਹ ਇੰਚਾਰਜ ਬਣਿਆ ਸੀ ਹਲਕੇ ਦਾ। ਉਧਰ ਰਾਣਾ ਜਿਹੜਾ ਅੱਜ ਆਪ ਚ ਚਲਾ ਗਿਆ ਉਹ ਵੀ ਇੰਚਾਰਜ ਬਣਿਆ ਸੀ। 3-4 ਇੰਚਾਰਜ ਬਣੇ ਫਿਰਦੇ ਸੀਗੇ। ਉਹ ਤਿੰਨੇ ਚਾਰੇ ਜਿਹੜੇ ਇੰਚਾਰਜ ਸੀ, ਜਦੋਂ ਇਹ ਆ ਗਏ ਕਾਂਗਰਸ ਵਿੱਚ ਤੇ ਉਹ ਰਾਣਾ ਮੁੰਡਾ ਰਣਜੀਤ ਸਿੰਘ ਜਿਹੜਾ ਸੀ ਉਹ ਚਲ ਗਿਆ ਆਪ ਵਿੱਚ। ਇਹਨਾਂ ਨੇ ਆਪਸ ਵਿੱਚ ਤਬਾਦਲਾ ਕਰ ਲਿਆ। ਪਿਛਲੀ ਵਾਰੀ ਇਕੱਠੇ ਹੋ ਕੇ ਚੋਣ ਲੜੀ, ਉਹਨੂੰ 5,500 5900 ਵੋਟ ਤੇ ਤਕਰੀਬਨ 6000 ਪਈ। ਇਹਨੇ ਕਾਂਗਰਸ ਵਾਲੀ ਸਾਰੀ ਵੋਟ ਲੈ ਲਈ ਤੇ ਆਪ ਦੀ ਸਾਰੀ ਵੋਟ ਲੈ ਲਈ। ਉਹਦੇ ਨਾਲ ਇਹ ਹੋ ਗਿਆ ਕਿ ਇਹਦੀ 3-3.5 ਦੇ ਮਾਰਜਨ ਦੇ ਉੱਤੇ ਅੱਗੇ ਨਿਕਲ ਗਿਆ। ਮੇਰੇ ਕਹਿਣ ਤੋਂ ਭਾਵ ਹੈ ਕਿ ਸਾਰੇ ਇਕੱਠੇ ਸੀ। 4.5 ਸਾਲ ਉਹ ਇੰਚਾਰਜ ਬਣੇ ਰਹੇ। ਹੁਣ 6 ਮਹੀਨੇ ਤੋਂ ਪਹਿਲਾਂ 5 ਮਹੀਨੇ ਪਹਿਲਾਂ ਇਹ ਆ ਗਏ। ਜਦੋਂ ਆਏ ਤੇ ਇਹ ਚਲੇ ਗਏ ਬਾਹਰ। 5 ਸਾਲ ਇਹ ਹਲਕੇ ਚ ਨਹੀਂ ਬੜੇ। 5 ਸਾਲ ਮਹੀਨਾ ਕੁ ਵਿੱਚ ਆਏ ਸੀਗੇ, ਬਾਅਦ ਵਿੱਚ ਇਹਨਾਂ ਦੀ ਕੇਸ ਬਣ ਗਿਆ, ਉਧਰ ਚਲੇ ਗਏ। ਹੁਣ ਜਿਹੜੇ ਬੰਦੇ 5 ਸਾਲ ਘੁੰਮਦੇ ਰਹੇ ਆ ਉਹਨਾਂ ਨੂੰ ਵੀ ਤਕਲੀਫ ਹੋਈ ਵੀ ਅਸੀਂ ਤੇ ਫਿਰਦੇ ਸੀਗੇ, ਅਸੀਂ ਲੋਕਾਂ ਦੀ ਮਾੜੀ ਮੋਟੀ ਗੱਲ ਸੁਣਦੇ ਸੀ, ਠਾਣੇ ਜਾਂਦੇ ਹੀ ਨਾ। ਉਹਨੇ ਚੁੱਕ ਕੇ ਜਿਹੜਾ ਰਾਣਾ ਗਿੱਲ ਲਾਇਆ ਸੀ, ਗੋਰਾ ਗਿੱਲ, ਉਹ ਗੋਰਾ ਗਿੱਲ ਇੰਚਾਰਜ ਬਣਿਆ ਫਿਰਦਾ ਸੀ ਇੱਥੇ। ਹੁਣ ਗੋਰਾ ਗਿੱਲ ਨੂੰ ਤਕਲੀਫ ਹੋਈ, ਉਹਨੇ ਚੁੱਕ ਕੇ ਕੈਪਟਨ ਅਮਰਿੰਦਰ ਕੋਲ ਚਲਾ ਗਿਆ, ਉਹ ਉਧਰੋਂ ਖੜਾ ਹੋ ਗਿਆ। ਸੋ ਗੋਰਾ ਗਿੱਲ ਆਪਣੀ ਵੋਟ ਲਏਗਾ, ਆਪ ਵਾਲਾ ਮੁੰਡਾ ਜਿਹੜਾ ਉਹ ਆਪਣੀ ਵੋਟ ਲਏਗਾ, ਇਹ ਆਪਣੀ ਵੋਟ ਲਏਗਾ। ਮੈਨੂੰ ਕੀ ਤਕਲੀਫ ਹੈ ਜੀ? ਮੇਰੀ ਆਪਣੀ ਪਾਰਟੀ, ਮੇਰੇ ਆਪਣੇ ਵਰਕਰ ਹੈ, ਮੇਰੇ ਆਪਣੇ ਵੋਟਰ ਹੈ, ਉਹ ਉੱਥੇ ਖੜੇ ਆ। ਅੱਛਾ, ਰਾਣਾ ਗੁਰਜੀਤ ਖਹਿਰਾ ਦਾ ਵਿਰੋਧ ਤਾਂ ਕਰ ਰਹੇ, ਤਾਂ ਕੀ ਸਿੱਧੇ ਤੌਰ ਤੇ ਤੁਹਾਡਾ ਕਦੇ ਸਮਰਥਨ ਕਰਨ ਦੀ ਗੱਲ ਆਖੀ ਰਾਣਾ ਗੁਰਜੀਤ ਨੇ? ਦੇਖੋ ਜੀ, ਮੇਰੇ ਨਾਲ ਨਾ ਕਦੀ ਮੈਂ ਉਹਨਾਂ ਨੂੰ ਚੋਣਾਂ ਦੇ ਬਾਰੇ ਕਦੀ ਗੱਲ ਕਰਦੀ ਹੁੰਦੀ ਹੈ, ਨਾ ਕਦੀ ਮੈਂ ਉਹਨਾਂ ਨਾਲ ਬੈਠਦੀ ਹਾਂ, ਨਾ ਕਦੀ ਮੇਰੀ ਕੋਈ ਮੀਟਿੰਗ ਹੁੰਦੀ ਹੈ, ਨਾ ਹੀ ਕਦੀ ਟੈਲੀਫੋਨ ਤੇ ਗੱਲ ਹੁੰਦੀ ਹੈ। ਇਹ ਜ਼ਰੂਰ ਹੈ ਕਿ ਜਦੋਂ ਕਿਤੇ ਅਸੀਂ ਉੱਥੇ ਕਪੂਰਥਲੇ ਵਿੱਚ ਕਿਸੇ ਫੰਕਸ਼ਨ ਚ ਹੋਈਏ, ਕਿਸੇ ਵੇਲੇ, ਅੱਜ ਤੋਂ 2 ਸਾਲ ਪਹਿਲਾਂ ਕਹਿ ਲਓ, 3 ਸਾਲ ਪਹਿਲਾਂ ਕਹਿ ਲਓ, ਫਤਿਹ ਫਤੂਹੀ ਜ਼ਰੂਰ ਕਿਸੇ ਵੇਲੇ ਅਸੀਂ ਬੈਠਦੇ ਹਾਂ ਤੇ ਫਤਿਹ ਹੋ ਜਾਂਦੀ ਹੈ। ਚੋਣਾਂ ਸੰਬੰਧ ਚ, ਸਿਆਸੀ ਸੰਬੰਧ ਚ ਮੈਂ ਕਦੀ ਕੋਈ ਗੱਲ ਨਹੀਂ ਕਰਦੀ। ਮੇਰਾ ਸੁਭਾਅ ਹੀ ਇਦਾਂ ਦਾ, ਕਿਉਂਕਿ ਮੈਂ ਸਮਾਜ ਦੀ ਗੱਲ ਕਰ ਸਕਦੀ, ਕਿਸੇ ਨਾਲ ਬੈਠ ਕੇ ਧਰਮ ਦੀ ਗੱਲ ਕਰ ਸਕਦੀ ਹਾਂ, ਮੈਂ ਆਪਣੇ ਸੁਭਾਅ ਨਾਲ ਚੱਲਦੀ ਹਾਂ, ਮੈਨੂੰ ਕਿਸੇ ਦੀ ਲੋੜ ਹੀ ਨਹੀਂ ਪੈਂਦੀ। ਇਹ ਤਾਂ ਗੱਲ ਰਾਣਾ ਗੁਰਜੀਤ ਵੀ ਕਹਿੰਦੇ ਨੇ, ਕਹਿੰਦੇ ਮੈਨੂੰ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਪੈਗੀ, ਬੀਬੀ ਜਗੀਰ ਕੌਰ ਸੌਖੇ ਜਿੱਤ ਜਾਣਗੇ। ਨਹੀਂ, ਮੇਰਾ ਆਪਣਾ ਆਧਾਰ ਹੈ ਜੀ। ਮੈਂ ਗੁਰਜੀਤ ਸਿੰਘ ਰਾਣੇ ਦਾ ਇੱਧਰ ਕੀ ਹੈ? ਗੁਰਜੀਤ ਸਿੰਘ ਰਾਣੇ ਕਦੀ ਇੱਧਰ ਆਏ ਨਹੀਂ, ਇੱਧਰ ਕੋਈ ਕੰਮ ਨਹੀਂ ਹੋਇਆ, ਕਦੀ ਉਹਨਾਂ ਨੇ ਇੱਥੇ ਚੋਣ ਨਹੀਂ ਲੜੀ। ਜੇ ਮੈਂ ਕਪੂਰਥਲੇ ਚੋਣ ਲੜੀ ਸੀ ਮੈਂਬਰ ਪਾਰਲੀਮੈਂਟ ਦੀ, ਉੱਥੇ ਉਹਨਾਂ ਨੇ ਮੈਨੂੰ 10-11 ਹਜ਼ਾਰ ਵੋਟ ਤੇ ਹਰਾਇਆ। ਜੇ ਮੇਰੇ ਨਾਲ ਇੰਨੀ ਸਾਂਝ ਹੁੰਦੀ ਉਹਦੀ ਤੇ ਉਹ ਮੇਰੇ ਖਿਲਾਫ ਕਿਉਂ ਵੋਟਾਂ ਪਾਉਂਦੇ, ਮੈਨੂੰ ਵੋਟਾਂ ਪਾਉਂਦੇ? ਸੋ ਇਸ ਕਰਕੇ ਹਰ ਇੱਕ ਨੇ ਆਪਣੀ ਪਾਰਟੀ ਦਾ ਕੰਮ ਕਰਨਾ ਹੁੰਦਾ। ਮੈਂ ਆਪਣੀ ਪਾਰਟੀ ਦਾ ਕੰਮ ਕਰਦੀ ਹਾਂ, ਆਪਣੀ ਪਾਰਟੀ ਦਾ ਕੰਮ ਕਰਦੇ। ਦੇਖੋ, ਹਰ ਲੀਡਰ ਜਿਹੜਾ ਇੱਕ ਦੂਜੇ ਨਾਲ ਸਤਿਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ। ਮੇਰਾ ਬੀਜੇਪੀ ਵਾਲੇ ਲੀਡਰ ਹੋਣ, ਮੇਰੇ ਆਮ ਆਦਮੀ ਲੀਡਰ ਹੋਣ, ਮੇਰੀ ਅਕਾਲੀ ਦਲ ਦੇ ਹੋਣ, ਕਾਂਗਰਸ ਵਾਲੇ ਹੋਣ, ਮੈਂ ਸਾਰਿਆਂ ਦਾ ਸਤਿਕਾਰ ਕਰਦੀ ਹਾਂ। ਈਵਨ ਮੈਂ ਵਿਧਾਨ ਸਭਾ ਚ ਵੀ ਜੋ ਜਾਂਦੀ ਹੈ, ਜਿੰਨੇ ਕਾਂਗਰਸ ਦੇ ਲੀਡਰ ਹੁੰਦੇ ਆ ਸਾਰਿਆਂ ਨੂੰ ਮੈਂ ਫਤਿਹ ਬੁਲਾਉਂਦੀ। ਅੱਛਾ ਬੀਬੀ, ਬੀਜੇਪੀ ਤੋਂ ਮੈਨੂੰ ਯਾਦ ਆ ਗਿਆ, ਪਿੱਛੇ ਤੁਹਾਡੀ ਵੀ ਚਰਚਾ ਚੱਲ ਗਈ ਸੀ, ਕਹਿੰਦੇ ਬੀਜੇਪੀ ਚ ਜਾਣਗੇ ਬੀਬੀ ਜਗੀਰ ਕੌਰ। ਚਲੋ, ਤੇ ਇਹਨਾਂ ਦੀ ਆਦਤ ਹੈ ਜੀ, ਫੇਕ ਆਈਡੀਆਂ ਦੇ ਉੱਤੇ ਪਾ ਦਿੱਤੀ ਹੈ। ਮੇਰਾ ਤਾਂ ਕੋਈ ਸੰਬੰਧ ਹੀ ਨਹੀਂ ਹੋ ਸਕਦਾ। ਨਾਲੇ ਸਾਰੀ ਦੁਨੀਆ ਪਾਰਟੀ ਛੱਡ ਕੇ ਇੱਧਰ ਉੱਧਰ ਹੋ ਜਾਏ, ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡੇਗੀ। ਅੱਛਾ, ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਪਰਿਵਾਰ ਦਾ ਬੀਜੇਪੀ ਚ ਜਾਣਾ ਤੁਸੀਂ ਕਿਵੇਂ ਦੇਖਦੇ ਹੋ, ਜਿਨ੍ਹਾਂ ਨੇ ਪੂਰੀ ਉਮਰ ਹਨਾ, ਕਿੰਨੇ ਸਾਲ ਐਸਜੀਪੀਸੀ ਸੇਵਾ ਕੀਤੀ, ਤੇ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਚ ਉਹਨਾਂ ਨੇ ਕੱਢੀ, ਉਹਨਾਂ ਦੇ ਪਰਿਵਾਰ ਦਾ ਬੀਜੇਪੀ ਦੇ ਵਿੱਚ ਜਾਣਾ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਦੇ ਪਰਿਵਾਰ ਦੀ ਕੀ ਸੋਚ ਬਣ ਜਾਂਦੀ ਹੈ। ਜਦ ਗੁਰਚਰਨ ਸਿੰਘ ਜੀ ਟੌੜਾ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਮਾਣ ਦਿੱਤੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਈ ਰੱਖੇ, ਰਾਜ ਸਭਾ ਦੇ ਵਿੱਚ ਭੇਜੇ, ਪੂਰੇ ਸਨਮਾਨ ਲਾਸਟ ਤੱਕ ਵੀ। ਜੇ ਕਿਤੇ ਉਹਨਾਂ ਨੂੰ ਵੱਖਰਾ ਵੀ ਕੀਤਾ ਸ਼੍ਰੋਮਣੀ ਕਮੇਟੀ ਤੋਂ, ਤੇ ਬਾਅਦ ਵਿੱਚ ਫਿਰ ਉਹਨਾਂ ਨੂੰ ਲਿਆ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ। ਇਹ ਛੋਟੀ ਗੱਲ ਨਹੀਂ ਹੁੰਦੀ, ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਸੀ। ਜਿਹੜਾ ਉਹਦਾ ਪਰਿਵਾਰ ਹੈ, ਦਾਮਾਦ ਕਹਿ ਲੋ, ਉਹ ਦਾਮਾਦ ਨੂੰ ਮਿਨਿਸਟਰ ਬਣਾਇਆ। ਜਦੋਂ ਮਿਨਿਸਟਰ ਬਣਾਇਆ ਸੀ ਉਦੋਂ ਅਕਾਲੀ ਦਲ ਠੀਕ ਸੀਗਾ, ਨੌਕਰੀ ਛਡਾ ਕੇ ਮਿਨਿਸਟਰ ਬਣਾਇਆ, ਨੌਕਰੀ ਸੀਗੇ ਨਾ। ਉਸ ਤੋਂ ਬਾਅਦ ਹੁਣ ਉਹਦੇ ਦੋਤਰੇ ਹੈ। ਹੁਣ ਦੋਤਰੇ ਜਿਹੜੇ ਅਜੇ ਤੱਕ ਦੇ ਹਿਸਾਬ ਨਾਲ ਛੋਟੀਆਂ ਉਮਰਾਂ ਨੇ, ਇੰਨੇ ਕਾਹਲੀ ਵੀ ਨਹੀਂ ਪੈਣਾ ਚਾਹੀਦਾ ਕਿ ਇੱਕਦਮ ਅਸੀਂ ਪਾਰਟੀ ਛੱਡ ਕੇ ਉਸ ਪਾਰਟੀ ਚਲ ਜਾਈਏ। ਜਿਹੜਾ ਅਸੀਂ ਸਮਝਦੇ ਰਹੇ ਹਾਂ ਕਿ ਇਹਨਾਂ ਦਾ ਸਾਡਾ ਅਸੀਂ ਪਾਰਟੀ 'ਚ ਨਹੀਂ ਸ਼ਾਮਲ ਹੋ ਸਕਦੇ, ਕਿਤੇ ਅਲਾਇੰਸ ਵਿੱਚ ਤੇ ਅਸੀਂ ਕੰਮ ਕਰ ਸਕਦੇ ਹਾਂ। ਭਾਰਤ ਸਰਕਾਰ ਨੂੰ ਸਾਡੀ ਲੋੜ ਹੁੰਦੀ ਹੈ ਭਾਰਤ ਸਰਕਾਰ ਦੇ ਨਾਲ ਅਲਾਇੰਸ ਕਰਨਾ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਸੋਚ ਮਾੜੀ ਹੈ, ਕਦੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ। ਪਰ ਉਹ ਕਹਿੰਦੇ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸੀਗੇ
ਹਨਾ ਅੱਗੇ ਸੀਗੇ ਤਾਂ ਉਦੋਂ ਤੱਕ ਉਹਨਾਂ ਦੇ ਪਰਿਵਾਰ ਨੂੰ ਪੂਰਾ ਮਾਣ ਸਤਿਕਾਰ ਮਿਲਿਆ, ਪਰ ਉਹ ਕਹਿੰਦੇ ਜਦੋਂ ਤੋਂ ਸੁਖਬੀਰ ਬਾਦਲ ਨੇ ਉਦੋਂ ਤੱਕ ਉਹਨਾਂ ਦੇ ਪਰਿਵਾਰ ਦੀ ਅਕਾਲੀ ਦਲ ਦੇ ਵਿੱਚ ਪੁੱਛ ਪ੍ਰਤੀਤ ਨਹੀਂ ਹੈ। ਮਾਣ ਸਤਿਕਾਰ ਦਾ ਕੀ ਮਤਲਬ ਹੁੰਦਾ? ਆਪਾਂ ਕਰਾਂਗੇ ਕੁਛ ਤੇ ਮਾਣ ਸਤਿਕਾਰ ਆਪੇ ਹੋ ਜਾਣਗੇ। ਜਦੋਂ ਅਸੀਂ ਕਹੀਏ ਇਕੱਲੇ ਮਾਣ ਸਤਿਕਾਰ ਹੀ ਮਿਲਦੇ ਰਹਿਣ, ਕੰਮ ਨਾ ਪਾਰਟੀ ਦਾ ਕਰੀਏ, ਤੇ ਉਹ ਫਿਰ ਕੀ ਆਪਾਂ ਚਾਹੁੰਦੇ ਕੀ ਹੈ? ਜੇ ਜਗੀਰ ਕੌਰ ਹਰ ਵੇਲੇ ਇਹੀ ਕਹੀ ਜਾਵੇ ਕਿ ਮੇਰਾ ਬਾਦਲ ਗੀਤ ਗਾਈ ਜਾਣ, ਮੇਰੇ ਬਾਦਲ ਹੀ ਮੈਨੂੰ ਚੱਕੀ ਜਾਣ, ਮੈਂ ਕੁਛ ਨਾ ਕਰਾਂ। ਹੁਣ ਮੈਂ ਤੇ ਚੋਣ ਲੜ ਰਹੀ ਹਾਂ, ਮੇਰੀ ਡਿਊਟੀ ਹੈ ਨਹੀਂ ਤੇ ਚੋਣ ਲੜਨੀ, ਮੈਂ ਹੀ ਮਿਹਨਤ ਕਰਨੀ ਹੈ ਨਾ। ਜੇ ਮੈਂ ਪਾਰਟੀ ਦੀ ਸਾਰੇ ਪੰਜਾਬ 'ਚ ਮਿਹਨਤ ਕਰਾਂਗੀ, ਪਾਰਟੀ ਨੂੰ ਮਜ਼ਬੂਤ ਕਰਾਂਗੀ, ਤੇ ਆਪੇ ਦੱਸਦਾ ਪਾਰਟੀ ਦੇ ਲੀਡਰ ਨੂੰ। ਜੇ ਮੈਂ ਨਹੀਂ ਕਰਾਂਗੀ ਕੁਛ ਤੇ ਪਾਰਟੀ ਦਾ ਲੀਡਰ ਕਿਉਂ ਮੈਨੂੰ ਚੱਕੇਗਾ ਜੀ? ਸੋ ਇਸ ਕਰਕੇ ਇਹ ਗੱਲਾਂ ਮਾੜੀਆਂ ਹੁੰਦੀਆਂ। ਅਜੇ ਤਾਂ ਤੁਸੀਂ ਛੋਟੀ ਛੋਟੀਆਂ ਉਮਰਾਂ ਨੇ ਤੁਹਾਡੀਆਂ, ਤੁਰੇ ਹੀ ਹੈ। ਇੱਥੇ 70 80 ਸਾਲ ਦੇ ਵਿਚਾਰੇ ਬਜ਼ੁਰਗ ਹੋ ਜਾਂਦੇ ਆ ਅਕਾਲੀ ਦਲ ਵਿੱਚ, ਪਾਰਟੀ ਵਿੱਚ, ਉਹਨਾਂ ਨੂੰ ਸਾਰਿਆਂ ਨੂੰ ਟਿਕਟਾਂ ਮਿਲਦੀਆਂ, ਕੋਈ ਨੂੰ ਕੋਈ ਸਨਮਾਨ ਮਿਲ ਜਾਂਦੇ, ਕੋਈ ਨੂੰ ਕੋਈ ਸਨਮਾਨ ਮਿਲ ਜਾਂਦੇ। ਇਹਦਾ ਮਤਲਬ ਹਰ ਵੋਟਰ ਜੇ ਕਵੇ ਕਿ ਮੈਂ ਸਿੱਧਾ ਐਮਐਲਏ ਹੀ ਬਣਨਾ, ਨਹੀਂ ਬਣ ਸਕਦਾ। ਕੋਈ ਪੰਚ ਬਣੂਗਾ, ਕੋਈ ਸਰਪੰਚ ਬਣੂਗਾ, ਕੋਈ ਲੰਬੜਦਾਰ ਬਣੇਗਾ, ਕੋਈ ਵਰਕਰ ਬਣ ਕੇ ਆਪਣਾ ਸਨਮਾਨ ਲਏਗਾ। ਇਹ ਗੱਲਾਂ ਮਾੜੀ ਸੋਚ ਹੁੰਦੀ ਹੈ ਜੀ। ਮੈਂ ਕਿਸੇ ਦੇ ਪਰਿਵਾਰ ਬਾਰੇ ਬਹੁਤਾ ਨਹੀਂ ਕਹਿਣਾ। ਮੈਂ ਕਹਿੰਦੀ ਹਾਂ ਵੀ ਸਾਨੂੰ ਕਿਸੇ ਨੂੰ ਵੀ ਇੱਕ ਇੰਨੀ ਛੇਤੀ ਨਹੀਂ ਪਾਰਟੀਆਂ ਵਿੱਚੋਂ ਬਾਹਰ ਹੋਣਾ ਚਾਹੀਦਾ। ਜੇ ਵੀ ਤੁਸੀਂ ਗੱਲ ਕੀਤੀ ਕਿ ਕਾਂਗਰਸ ਨੇ 5 ਸਾਲ ਲੁੱਟਿਆ ਤੇ ਕੁੱਟਿਆ, 4.5 ਸਾਲ ਕੁਰਸੀ ਦੀ ਲੜਾਈ ਰਹੀ ਉਹਨਾਂ ਦੀ, ਤੇ ਇਹੀ ਗੱਲ ਕਾਂਗਰਸੀ ਆਖ ਰਹੇ ਨੇ ਕਿ 10 ਸਾਲ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਦਾ ਪੱਠਾ ਬਿਠਾਤਾ। ਦੇਖੋ, ਉਹ ਆਪਣਾ ਜਵਾਬ ਦੇਣ, ਅਸੀਂ ਆਪਣਾ ਜਵਾਬ ਦੇਾਂਗੇ, ਲੋਕ ਸਾਡੇ ਕੋਲ ਜਵਾਬ ਮੰਗਣਗੇ। ਠੀਕ ਹੈ, ਝੂਠ ਜਿੰਨਾ ਮਰਜ਼ੀ ਬੋਲੀ ਜਾਈਏ, ਮੈਂ ਨਹੀਂ ਬੋਲ ਸਕਦੀ। ਧਰਾਤਲ ਤੇ ਅਸੀਂ ਕੀ ਕੀਤਾ, ਗਰਾਊਂਡ ਤੇ ਕੀ ਕੀਤਾ, ਇਹ ਲੋਕ ਜਾਣਦੇ ਹੈ। ਅਸੀਂ ਕਿੰਨਾ ਇਨਸਾਫ ਕੀਤਾ, ਕਿੰਨਾ ਲੋਕਾਂ ਨੂੰ ਮਿਲਵਰਤਨ ਰੱਖਿਆ, ਕਿਵੇਂ ਲੋਕਾਂ ਨਾਲ ਪਿਆਰ ਕੀਤਾ, ਕਿਵੇਂ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ, ਕਿਵੇਂ ਸੁਵਿਧਾਵਾਂ ਦਿੱਤੀਆਂ, ਇਹ ਸਭ ਦੁਨੀਆ ਨੂੰ ਪਤਾ। ਕੰਨ ਤੇ ਲਿਖਿਆ ਹੋਇਆ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ 'ਚ ਜੋ ਵੀ ਸਹੂਲਤਾਂ, ਜੋ ਪਾਲਿਸੀਜ਼, ਜੋ ਸਕੀਮਾਂ ਬਣੀਆਂ, ਉਸ ਸਰਕਾਰ ਤੋਂ ਬਿਨਾਂ ਕਿਸੇ ਨੇ ਨਹੀਂ ਬਣਾਈਆਂ। ਕੋਈ ਲਾ ਲਓ, ਆਟਾ ਦਾਲ ਸਕੀਮ ਲਾ ਲਓ, ਸ਼ਗਨ ਸਕੀਮ ਲਾ ਲਓ, ਜਾਂ ਕਿਸਾਨੀਆਂ ਦੀ ਗੱਲਾਂ ਕਰ ਲਓ, ਫ੍ਰੀ ਬਿਜਲੀ ਦੀ ਗੱਲ ਕਰ ਲਓ, ਕਿਸਾਨਾਂ ਨੂੰ ਕਰ ਲਓ, 200 ਯੂਨਿਟ ਦੀ ਮਾਫ ਕਰ ਦੀ ਕਰ ਲਓ, ਜਾਂ ਲੋਕਾਂ ਨੂੰ ਸ਼ਗਨ ਸਕੀਮ ਦਿੱਤੀ, ਮਤਲਬ ਹਰ ਚੀਜ਼, ਪੈਨਸ਼ਨਾਂ ਦੀ ਗੱਲ ਕਰ ਲਓ, ਹਰ ਸਕੀਮ ਜਿਹੜੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਹੀ ਲਾਗੂ ਹੋਈ। ਕਿਸਾਨਾਂ ਲਈ ਫੋਕਲ ਪੁਆਇੰਟ ਬਣਾਉਣੇ, ਮੰਡੀਆਂ ਬਣਾਉਣੀਆਂ, ਜਾਂ ਇਹਨਾਂ ਦਾ ਪਾਣੀ ਫ੍ਰੀ ਕਰਨਾ, ਜਾਂ ਸਾਰੀ ਲੈਂਡ ਨੂੰ, ਸਾਰੀ ਧਰਤੀ ਨੂੰ, ਸਾਰੀ ਜ਼ਮੀਨਾਂ ਨੂੰ ਕੰਪਿਊਟਰਾਈਜ਼ ਕਰ ਦੇਣਾ, ਇਹ ਇੱਕ ਗੁੱਡ ਗਵਰਨੈਂਸ ਦੀ ਨਿਸ਼ਾਨੀ ਸੀ। ਸੇਵਾ ਕੇਂਦਰ ਖੋਲਣੇ ਗੁੱਡ ਗਵਰਨੈਂਸ ਦੀ ਨਿਸ਼ਾਨੀ ਸੀ। ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣਾ, ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ, ਬੇਰੁਜ਼ਗਾਰ ਜਿਹੜੇ ਸੀ 2-2.5 ਲੱਖ ਦੇ ਕਰੀਬ 10 ਸਾਲਾਂ 'ਚ ਸਰਵਿਸਿਜ਼ ਦਿੱਤੀਆਂ, ਔਨ ਰਿਕਾਰਡ ਹੈ। ਮੈਂ ਨਹੀਂ ਕੱਲੀ ਬੋਲਦੀ, ਔਨ ਰਿਕਾਰਡ ਕਢਾ ਕੇ ਦੇਖੋ ਇਹਨਾਂ ਨੇ ਇੱਕ 5 ਸਾਲ 'ਚ ਕੀ ਕੀਤਾ। ਨੌਜਵਾਨਾਂ ਨੂੰ ਕੋਈ ਨੌਕਰੀਆਂ ਦਿੱਤੀਆਂ, ਜੇ ਕੋਈ 10 20 5 ਦਿੱਤੀਆਂ ਹੋਣਗੀਆਂ, ਆਪਣੇ ਘਰਦਿਆਂ ਨੂੰ ਬੁਲਾ ਕੇ ਦਿੱਤੀਆਂ ਹੋਣਗੀਆਂ। ਸੋ ਗੱਲ ਕੰਮ ਦੀ ਹੁੰਦੀ ਹੈ। ਅੱਜ ਜਿੰਨਾ ਇਨਫਰਾਸਟ੍ਰਕਚਰ ਹੈ, ਕੋਈ ਲਾ ਲਓ, 4 ਲੇਨ ਸੜਕਾਂ, 6 ਲੇਨ ਸੜਕਾਂ, ਜਾਂ 18 ਫੁੱਟੀ ਸੜਕਾਂ, 23 ਫੁੱਟੀ ਸੜਕਾਂ ਚੌੜੀਆਂ ਕਰਾਉਣੀਆਂ, ਮਜ਼ਬੂਤ ਕਰਾਉਣੀਆਂ। ਮੈਂ ਦੇਖੋ ਜੀ, ਉਹਨੇ ਕਹਿ ਦੇਣਾ ਮੈਂ ਕਰਾਤੀ, ਹੁਣ ਮੈਂ ਹਿਸਾਬ ਨਹੀਂ ਦੇਣੇ ਕਿਸੇ ਨੂੰ। ਮੇਰੇ ਲੋਕਾਂ ਨੂੰ ਪਤਾ ਕਿ ਕੀ ਸ਼ਹਿਰਾਂ 'ਚ ਕੀਤਾ, ਕਿੱਦਾਂ ਸੀਵਰੇਜ ਪਾਏ, ਕਿਵੇਂ ਵਾਟਰ ਸਪਲਾਈ ਲਿਆਂਦਾ, ਕਿਵੇਂ ਅਸੀਂ ਸਾਰੀਆਂ ਸੜਕਾਂ ਮੇਨਟੇਨੈਂਸ ਕਰਾਈ ਸੀ, ਸਭ ਕੁਝ ਕੀਤਾ। ਤੇ ਜੇ ਮੰਡੀਆਂ ਬਣੀਆਂ, ਸਕੂਲ ਅਪਗ੍ਰੇਡ ਹੋਏ, ਕਾਲਜ ਬਣੇ, ਇਹ ਸਾਰੀ ਕਿਹਦੀ ਦੇਣ ਹੈ? ਸ਼੍ਰੋਮਣੀ ਅਕਾਲੀ ਦਲ ਦੀ। ਉਹਦਾ ਸੀਐਮ ਚੰਨੀ ਵੀ ਆਖਨੇ, ਕਹਿੰਦੇ ਕੈਪਟਨ ਨੇ ਕੁਝ ਕੀਤਾ ਨਹੀਂ ਤਾਂ ਹੀ ਗੱਦੀਆਂ ਲਾਏ, ਤੇ ਮੈਨੂੰ 3 ਮਹੀਨੇ ਮਿਲੇ, ਦੇਖੋ ਕੱਚੇ ਮੁਲਾਜ਼ਮ ਪੱਕੇ, ਬਿਜਲੀ ਦੇ ਬਿੱਲ ਮਾਫ, ਲਾਲ ਡੋਰੇ ਦੇ ਅੰਦਰ ਦੀਆਂ ਜ਼ਮੀਨਾਂ ਦੀ ਰਜਿਸਟਰੀ, ਕਹਿੰਦੇ ਮੈਂ ਬਹੁਤ ਕੰਮ ਕੀਤੇ 3 ਮਹੀਨਿਆਂ 'ਚ। ਇਹ ਤੇ ਮੰਨਦੇ ਨੇ ਵੀ ਕਾਂਗਰਸੀ ਵੀ 4.5 ਕੁਛ ਨਹੀਂ ਕੀਤਾ, 4.5 ਸਾਲ ਕੁਛ ਨਹੀਂ ਕੀਤਾ, ਇਹ ਤਾਂ ਮੰਨ ਗਏ ਨਾ। ਜੀ, ਉਹ ਕਹਿੰਦੇ ਤਾਂ ਹੀ ਦੇਖੋ ਅਸੀਂ ਗੱਦੀਆਂ ਵੀ ਲਾਤਾ ਕੈਪਟਨ ਨੂੰ। ਗੱਦੀਆਂ ਲਾਤਾ ਨਾ, ਇਹਦਾ ਮਤਲਬ ਕਿ ਇਹ ਮੰਤਰੀ ਵਿੱਚ ਹੀ ਸੀਗਾ, ਸਾਰੇ ਮੰਤਰੀ ਸੀ ਨਾਲ। ਇਹਦਾ ਮਤਲਬ ਇਹਨੇ ਵੀ 4.5 ਸਾਲ ਕੁਛ ਨਹੀਂ ਕੀਤਾ, ਆਪਣੇ ਮਹਿਕਮੇ ਦਾ ਕੁਛ ਨਹੀਂ ਕੀਤਾ, ਦੂਜਾ ਕੁਛ ਨਹੀਂ ਕੀਤਾ, ਪੰਜਾਬ ਲਈ ਕੁਛ ਨਹੀਂ ਕੀਤਾ। ਜੇ ਉਹਨੂੰ ਗੱਦੀਆਂ ਲਾਇਆ ਤੇ 3 ਮਹੀਨੇ ਦੇ ਵਿੱਚ ਕਿੱਦਣ ਪਾਲਿਸੀ ਬਣਾਈ, ਕਿਹੜੀ ਪਾਲਿਸੀ ਬਣਾਈ, ਕਿਹੜਾ ਪ੍ਰੋਜੈਕਟ ਤਿਆਰ ਕੀਤਾ, ਕਿਹੜਾ ਕੰਮ ਜਿਹੜਾ ਪੂਰਾ ਕੀਤਾ। 36,000 ਮੁਲਾਜ਼ਮ ਨੂੰ ਪੱਕੇ ਕਰਨਾ, ਇੱਕ ਚਿੱਠੀ ਦਿਖਾ ਦੇਵੇ, ਇੱਕ ਚਿੱਠੀ ਦਿਖਾ ਦੇਵੇ, ਕੋਈ 10 ਮੁਲਾਜ਼ਮਾਂ ਦੀ ਚਿੱਠੀ ਦਿਖਾ ਦੇਵੇ ਵੀ ਆ ਪੱਕੇ ਹੋਏ। ਜੇ ਪੱਕੇ ਕਰਤੇ ਸੀ ਉਹਨਾਂ ਨੂੰ, ਫਿਰ ਡਾਂਗਾ ਕਾਹਤੋਂ ਫੇਰਦੇ ਸੀਗੇ, ਫਿਰ ਕਾਹਤੋਂ ਉਹਨਾਂ ਨੂੰ ਪਾਣੀ ਦੀਆਂ ਵਿਛਾੜਾਂ ਨਾਲ ਕੁੱਟਿਆ, ਕਿਉਂ ਉਹਨਾਂ ਨੂੰ ਇੰਨਾ ਜਲੀਲ ਕੀਤਾ? ਜੇ ਉਹ ਮੁਲਾਜ਼ਮ ਪੱਕੇ ਹੋ ਗਏ ਸੀ, ਉਹਨਾਂ ਨੂੰ ਕੀ ਲੋੜ ਸੀ ਸੜਕਾਂ ਤੇ ਧਰਨੇ ਲਾਉਣ ਦੀ? ਠੰਡ ਵਿੱਚ, ਗਰਮੀ ਵਿੱਚ, ਰੋਜ਼ ਉੱਥੇ ਵਿਚਾਰੇ ਤੰਗ ਹੁੰਦੇ ਸੀਗੇ। ਜੇ ਉਹ ਪੱਕੇ ਹੋ ਗਏ ਸੀਗੇ, ਚਿੱਠੀਆਂ ਨਿਕਲ ਗਈਆਂ ਸੀ, ਉਹਦਾ ਦਿਮਾਗ ਖਰਾਬ ਸੀਗਾ ਕਿ ਉੱਥੇ ਜਾ ਕੇ ਬਹਿ ਜਾਂਦੇ। ਸੋ ਇਹ ਸਾਰਾ ਕੁਝ ਝੂਠ ਜੀ। ਉਹਨੇ ਤੇ ਬੜਾ ਕੁਝ ਕਰਤਾ, ਉਹਨੇ ਤੇ ਇੱਥੇ ਯੂਨੀਵਰਸਿਟੀ ਵੀ ਬਣਾਤੀ, ਡਾਕਟਰ ਅੰਬੇਦਕਰ ਦੀ, ਇੱਥੇ ਯੂਨੀਵਰਸਿਟੀ ਬਣਾ ਦੇਵਾਂਗੇ ਜੀ, ਬਣ ਗਈ। ਕੋਈ ਘਰ ਤੰਦਰਾ ਤਾਣੀ ਤੇ ਜਲਾਏ ਨਾ ਡੰਗ ਉਹਨਾਂ ਦੀ। ਘਰ ਉਹਨਾਂ ਦੇ ਕੋਈ ਨਾ, ਕੋਈ ਜ਼ਮੀਨ ਨਾ, ਕੋਈ ਉੱਥੇ ਅਕਵਾਇਰ ਕੀਤੀ ਜ਼ਮੀਨ ਨਾ, ਕੋਈ ਪਾਲਿਸੀ ਬਣਾਈ ਨਾ, ਕੋਈ ਪ੍ਰੋਜੈਕਟ ਤਿਆਰ ਹੋਇਆ, ਯੂਨੀਵਰਸਿਟੀ ਬਣ ਗਈ।
ਉੱਥੇ ਗੁਰੂ ਰਵਿਦਾਸ ਦੀ ਯੂਨੀਵਰਸਿਟੀ ਬਣਾ ਦਾਂਗੇ, ਉੱਥੇ ITI ਵੱਡੀ ਯੂਨੀਵਰਸਿਟੀ ਬਣਾ ਦਾਂਗੇ ਕਪੂਰਥਲੇ ਦੇ ਵਿੱਚ। ਸੋ ਐਲਾਨ ਤੇ ਸਾਰੀ ਦੁਨੀਆ ਦਾ, ਉਹਦੇ ਐਲਾਨਾਂ ਦਾ ਤੇ ਲੋਕੀ ਮਖੌਲ ਕਰਨ ਲੱਗ ਪਏ, ਨਿਆਣੇ ਵੀ। ਮੈਨੂੰ ਮੈਂ ਕਿ ਸਾਡੇ ਬੱਚੇ ਕਹਿੰਦੇ ਜੀ ਕੱਲ ਨੂੰ ਸਾਡੇ, ਮੈਨੂੰ ਛੋਟੀ ਜਿਹੀ ਬੇਟੀ ਕਹਿੰਦੀ ਵੰਡਰਲੈਂਡ ਨਾਨੀ ਮਾਂ ਮੈਨੂੰ ਲੈ ਜਾਓਗੇ? ਮੈਂ ਕਿਹਾ ਬੇਟਾ ਮੈਂ ਤੈਨੂੰ ਕਦੇ ਅੱਗੇ ਲੈ ਕੇ ਗਈ ਹਾਂ, ਕਦੇ ਚੱਲ ਚੰਨੀ ਐਲਾਨ ਹੀ ਕਰ ਦੋ। ਮਤਲਬ ਕਹਿਣ ਤੋਂ ਭਾਵ ਕਿ ਬੱਚੇ ਵੀ ਮਖੌਲ ਬਣਾ ਲਿਆ ਵੀ ਚੰਨੀ ਵਾਲਾ ਐਲਾਨ ਹੀ ਕਰ ਦੋ, ਮੈਨੂੰ ਬੈਗ ਲੈ ਦਿਓਗੇ, ਜੇ ਨਹੀਂ ਲੈ ਕੇ ਦੇਣਾ ਚੰਨੀ ਵਾਲਾ ਐਲਾਨ ਹੀ ਕਰ ਦੋ। ਸੋ ਇਹ ਚੀਜ਼ਾਂ, ਲੋਕੀ ਪਾਗਲ ਨਹੀਂ ਹੈਗੇ, ਜੋ ਮਰਜ਼ੀ ਕਰੀ ਜਾਣ। ਲੋਕਾਂ ਨੂੰ ਸਭ ਪਤਾ ਵੀ ਲਾਲਾ ਬਾਉ ਕੀਤੀ ਨਾ, ਰੌਲਾ ਬਹੁਤ ਪਾਇਆ ਲੇਕਿਨ ਕੀਤਾ ਕੱਖ ਨਹੀਂ। ਮੈਂ ਕੀ ਸਫਾਈਆਂ ਦੇਣੀਆਂ ਜੀ, ਉਹ ਆਪ ਹੀ ਕਾਂਗਰਸੀ ਕਹੀ ਜਾਂਦੇ। ਅੱਛਾ ਵੀ ਇੱਕ ਹੋਰ ਬੜੀ ਸਮੱਸਿਆ ਸੀ ਤੇ ਹੁਣ ਪੂਰਾ ਪੰਜਾਬ ਘੁੰਮ ਰਿਹਾ ਚੋਣਾਂ 'ਚ, ਹਰ ਕਿਤੇ ਨਸ਼ੇ ਦੀ ਸਮੱਸਿਆ ਅੱਜ ਵੀ ਆ। ਤੁਸੀਂ ਵੀ 10 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, 5 ਸਾਲ ਕਾਂਗਰਸ ਦੇ ਰਹੇ, ਤੁਹਾਨੂੰ ਲੱਗਦਾ ਨਸ਼ਾ ਪੰਜਾਬ 'ਚੋਂ ਖਤਮ ਹੋ ਸਕਦਾ? ਗੱਲ ਇਹ ਹੈ ਜੀ, ਵੈਸੇ ਤੇ ਜੇ ਮੈਂ ਸੱਚਾਈ ਦੀ ਗੱਲ ਕਰਾਂ, ਨਸ਼ਾ ਵਰਲਡ ਪ੍ਰੋਬਲਮ ਹੈ। ਐਵੇਂ ਆਪਾਂ ਹੁਣ ਜੋ ਮਰਜ਼ੀ ਇੱਕ ਦੂਜੇ ਦੇ ਉੱਤੇ ਕਹੀ ਜਾਂਦੇ ਆ, ਨਸ਼ੇ ਦੀ ਵਰਲਡ ਪ੍ਰੋਬਲਮ ਹੈ। ਕੋਈ ਦੇਸ਼ ਲਿਖ ਲਓ, ਅਮਰੀਕਾ ਦੇ ਜਾਓ, ਕੈਨੇਡਾ ਚਲੇ ਜਾਓ, ਯੂਰਪ ਚਲੇ ਜਾਓ, ਹਰ ਥਾਂ ਦੇ ਉੱਤੇ ਹੈ। ਔਰ ਸਾਡਾ ਬਾਰਡਰ ਅਫਗਾਨਿਸਤਾਨ ਲੱਗਦਾ, ਪਾਕਿਸਤਾਨ ਲੱਗਦਾ, ਹਿਮਾਚਲ ਲੱਗਦਾ, ਜੰਮੂ ਕਸ਼ਮੀਰ ਲੱਗਦਾ, ਸਾਰੇ ਜਿਹੜੇ ਹੈ ਉਹ ਹਰਿਆਣਾ ਲੱਗਦਾ, ਸਾਰੇ ਬਾਰਡਰ ਲੱਗਦੇ ਆ। ਜਿਹੜਾ ਵੀ ਨਸ਼ਾ ਪਾਕਿਸਤਾਨ ਚੋਂ ਨਿਕਲੇਗਾ, ਅਫਗਾਨਿਸਤਾਨ ਚੋਂ ਨਿਕਲੇਗਾ, ਉਹ ਪੰਜਾਬ ਚੋਂ ਹੋ ਕੇ ਜਾਂਦਾ। ਤੇ ਪੰਜਾਬ ਚ ਜਦੋਂ ਹੋ ਕੇ ਜਾਂਦਾ ਸੀ, ਨਸ਼ੇ ਸਰਕਾਰ ਨੇ ਬਹੁਤ ਫੜੇ 10 ਸਾਲ ਦੇ ਵਿੱਚ, ਵੀ ਇੱਥੇ ਨਾ ਕੋਈ ਸਪਲਾਈ ਹੋਵੇ। ਫਿਰ ਵੀ ਜਿਹੜੇ ਲੋਕ ਹੈ ਉਹ ਜਦੋਂ ਲਾਲਚ ਵਸ ਹੋ ਜਾਂਦੇ ਆ, ਕਮਾਈਆਂ ਕਰਨ ਲੱਗ ਪੈਂਦੇ ਆ, ਕੋਈ ਨਾ ਕੋਈ ਸੋਰਸਿਸ ਬਣਾ ਕੇ ਵੇਚਣ ਲੱਗ ਪੈਂਦੇ, ਜਿਹਦੇ ਨਾਲ ਪ੍ਰੋਬਲਮ ਜਿਹੜੀ ਸਾਰੀ ਬਣੀ। ਸਭ ਤੋਂ ਵੱਧ ਬਦਨਾਮ ਉਦੋਂ ਰਾਹੁਲ ਗਾਂਧੀ ਆਇਆ, ਉਹਨੇ ਇੱਕ ਬਿਆਨ ਦਿੱਤਾ ਜੀ, ਮੈਂ ਘੁੰਮ ਕੇ ਆਇਆ 70% ਤੇ ਨਸ਼ਈ ਹੋ ਗਏ ਪੰਜਾਬੀ। ਏਡਾ ਅਕਸ ਉਦੋਂ ਦਾ ਖਰਾਬ ਕੀਤਾ, ਏਡਾ ਅਕਸ ਖਰਾਬ ਕੀਤਾ ਕਿ ਇਹਨਾਂ ਨੇ ਉਹ ਇੰਨਾ 10 ਸਾਲ ਦੇ ਵਿੱਚ ਜਿਹੜਾ ਕੋਈ ਸੁਧਾਰ ਕੀਤਾ ਸੀਗਾ, ਥੋੜਾ ਬਹੁਤਾ ਪੰਜਾਬ ਸਰਕਾਰ ਨੇ, ਬਾਦਲ ਸਾਹਿਬ ਨੇ ਸੁਧਾਰ ਕੀਤਾ, ਕੰਟਰੋਲ ਕੀਤਾ। ਇਹਨਾਂ ਨੇ ਆ ਕੇ ਇੰਨਾ ਨੇਰਗਰਦੀ ਕਰ ਦਿੱਤੀ ਕਿ ਜਾਲੀ ਫੈਕਟਰੀਆਂ ਲਾ ਦਿੱਤੀਆਂ ਸ਼ਰਾਬਾਂ ਦੀਆਂ। ਪਟਿਆਲੇ ਚ ਲੱਗੀ, ਇੱਥੇ ਸਿੱਕੀ ਦਾ ਨਾਂ ਚੱਲਦਾ ਸੀਗਾ ਤਰਨਤਾਰਨ ਦੇ ਵਿੱਚ, 127 ਬੰਦੇ ਦੀ ਮੌਤਾਂ ਹੋਈਆਂ ਸੀਗੀਆਂ। ਉਹ ਕਿੱਦਾਂ ਹੋ ਗਈਆਂ? ਉਹ ਤੇ ਇਹਨਾਂ ਦੇ ਸਾਹਮਣੇ ਹੀ ਹੈ ਨਾ। ਚਲੋ ਬਾਕੀ ਤੇ ਜਿਹੜੀਆਂ ਗੱਲਾਂ, ਜਿਹੜਾ ਸਿੰਥੈਟਿਕ ਜਿਹੜੇ ਡਰੱਗ ਬਾਹਰੋਂ ਆ ਰਹੀ ਹੈ, ਜਿਸ ਤਰ੍ਹਾਂ ਚਿੱਟਾ ਹੋ ਗਿਆ, ਸਾਰਾ ਕੁਝ, ਉਹ ਮੌਤਾਂ ਹੋਈਆਂ ਚਿੱਟਿਆਂ ਨਾਲ। ਮੌਤਾਂ ਹੁਣ ਸ਼ਰੇਆਮ ਇਸ ਵਾਰੀ ਲੋਕੀ ਕਹਿੰਦੇ ਸੀ ਬਾਜ਼ਾਰਾਂ 'ਚ ਵਿਕਦਾ ਪਿਆ, ਘਰਾਂ 'ਚ ਵਿਕਦਾ ਪਿਆ, ਦਿਸਦਾ ਨਹੀਂ ਸੀ। ਇਹਦਾ ਮਤਲਬ ਕਿ ਇਹਨਾਂ ਦਾ ਕੰਟਰੋਲ ਹੀ ਨਹੀਂ ਸੀਗਾ। ਲਾਅ ਐਂਡ ਆਰਡਰ ਜ਼ੀਰੋ ਹੋ ਗਿਆ। ਨਾ ਕੋਈ ਪੁਲਿਸ ਤੇ ਕੰਟਰੋਲ ਸੀ, ਨਾ ਇਹਨਾਂ ਦਾ ਆਪਣੇ ਆਪ ਤੇ ਕੰਟਰੋਲ ਸੀ, ਨਾ ਇਹਨਾਂ ਦਾ ਵਰਕਰਾਂ ਤੇ ਕੰਟਰੋਲ ਸੀ। ਇਹਨਾਂ ਨੇ ਆਪ ਸਾਰਾ ਕੁਝ ਕਰਾ ਕੇ ਤੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ। ਮੈਂ ਨਹੀਂ ਕਹਿੰਦੀ ਕਿ ਸਾਡੇ ਵੇਲੇ ਨਹੀਂ ਹੋਏਗਾ, ਉਦੋਂ ਵੀ ਚੱਲਦਾ ਸੀ, ਪਰ ਇਸ ਵਾਰੀ ਤੇ ਇਹਨਾਂ ਨੇ ਨੇਰੀ ਲਿਆ ਦਿੱਤੀ ਫੜ ਕੇ ਕਿ ਇਹਨਾਂ ਨੇ ਕਮਾਈਆਂ ਕਰਨ ਵਾਸਤੇ ਆਪਣਾ ਤਬਾਹ ਕਰਕੇ ਰੱਖ ਦਿੱਤਾ ਪੰਜਾਬ। ਚਲੋ ਇਹਨੂੰ ਬਚਾਇਆ ਜਾ ਸਕਦਾ ਜਦੋਂ ਸਰਕਾਰ ਸਖਤੀ ਦੇ ਨਾਲ ਕੰਟਰੋਲ ਕਰੇਗੀ, ਲਾਅ ਐਂਡ ਆਰਡਰ ਨੂੰ ਠੀਕ ਕਰੇਗੀ। ਜੇ ਪੁਲਿਸ ਵਾਲੇ ਹੀ ਨਸ਼ੇ ਵਿਕਾਉਣ ਤੇ ਫੜੇਗਾ ਕੌਣ? ਇਸ ਕਰਕੇ ਸਰਕਾਰ ਦਾ ਕੰਟਰੋਲ ਨਹੀਂ ਰਹਿੰਦਾ ਪੁਲਿਸ ਤੇ। ਨਹੀਂ, ਕੰਟਰੋਲ ਜਦੋਂ ਕੀਤਾ ਸੀ ਇਸ ਤੇ 10 ਸਾਲ ਕੀਤਾ, ਫਿਰ ਵੀ ਫੜੇ ਵੀ, ਸਭ ਕੁਝ ਕੀਤਾ। ਹੁਣ ਤੇ ਨਾ ਪੁਲਿਸ ਦੇ ਕੰਟਰੋਲ ਸੀਗਾ, ਜਿਹਨਾਂ ਤੇ ਆਪਣੇ ਆਪ ਤੇ ਕੰਟਰੋਲ ਨਹੀਂ, ਪੁਲਿਸ ਕਿੱਥੋਂ ਕੰਟਰੋਲ ਚ ਰਹਿਣੀ? ਸਰਕਾਰ ਦੇ ਮੁਲਾਜ਼ਮ ਉਦੋਂ ਕੰਟਰੋਲ ਚ ਰਹਿੰਦੇ ਆ ਜਦੋਂ ਸਰਕਾਰ ਯੂਨਾਈਟ ਹੋਵੇ, ਸਰਕਾਰ ਇਕੱਠੀ ਹੋਵੇ, ਸਰਕਾਰ ਸਟਰੋਂਗ ਹੋਵੇ। ਜਦੋਂ ਸਟੇਬਲ ਸਰਕਾਰ ਹੀ ਨਹੀਂ, ਸਟਰੋਂਗ ਸਰਕਾਰ ਹੀ ਨਹੀਂ, ਤੇ ਲੋਕ ਅਫਸਰ ਕਿੱਦਾਂ ਡਰਨਗੇ? ਪਰ ਬੀਬੀ ਜੀ ਇਲਜ਼ਾਮ ਸਾਰੇ ਅਕਾਲੀ ਦਲ ਦੇ ਨੇ ਕਿ ਨਸ਼ੇ ਸਾਰੇ ਅਕਾਲੀ ਦਲ ਦੇ ਵੇਲੇ ਪੰਜਾਬ ਚ ਆਏ ਨੇ। ਇਲਜ਼ਾਮ ਤੇ ਇਲਜ਼ਾਮ ਹੀ ਹੈ ਜੀ। ਲੋਕਾਂ ਨੇ ਹੁਣ ਦੇਖ ਲਿਆ, ਹੁਣ ਕਿਹੜਾ ਅਕਾਲੀ ਦਲ ਸੀਗਾ। ਜੇ ਅਕਾਲੀ ਦਲ ਨੇ ਕੀਤਾ ਸੀ, ਇਹਨਾਂ ਨੇ ਸਹੁੰ ਖਾਦੀ ਸੀ ਨਾ, ਖਾਦੀ ਸੀ ਗੁਟਕਾ ਸਾਹਿਬ ਫੜ ਕੇ। ਕਹਿੰਦੇ ਸੀ ਮੈਂ ਸਹੁੰ ਖਾ ਕੇ ਕਹਿਣਾ ਕਿ ਮੈਂ ਨਸ਼ੇ ਦੇ ਸੁਦਾਗਰ 1 ਮਹੀਨੇ ਦੇ ਵਿੱਚ ਅੰਦਰ ਦਿਆਂਗਾ। ਤੇ ਫਿਰ ਫੜੇ ਕਿਉਂ ਨਹੀਂ 5 ਸਾਲ? 5 ਸਾਲ ਨਹੀਂ ਫੜ ਸਕੇ ਨਾ ਕੋਈ। ਜੇ ਕੋਈ ਸੁਦਾਗਰ ਹੁੰਦਾ ਤੇ ਫੜਿਆ ਜਾਂਦਾ। ਜੇ ਅਕਾਲੀ ਦਲ ਦੇ ਨਹੀਂ ਸੀ ਸੁਦਾਗਰ, ਇਹਦਾ ਧਿਆਨ ਸਾਰਾ ਪੋਲੀਟੀਕਲ ਇੱਥੇ ਸੀ, ਤੇ ਬਾਕੀ ਇਹਦਾ ਮਤਲਬ ਪੰਜਾਬ ਇਹਨਾਂ ਸਾਹਮਣਾ ਹੀ ਨਹੀਂ। ਜੇ ਕਾਂਗਰਸੀ ਸੁਦਾਗਰ ਸੀ ਤੇ ਉਹਨੂੰ ਵੀ ਫੜਦੇ, ਜੇ ਕਾਂਗਰਸੀ ਕੰਮ ਕਰਾਂਦੇ ਸੀ ਉਹਨਾਂ ਨੂੰ ਵੀ ਫੜਦੇ, ਕੋਈ ਹੋਰ ਵੀ ਕਰਦਾ ਸੀ ਉਹਨਾਂ ਨੂੰ ਵੀ ਫੜਦੇ, ਆਮ ਵਾਲੇ ਕਰਦੇ ਸੀ ਉਹਨਾਂ ਨੂੰ ਵੀ ਫੜਦੇ। ਇਹਨਾਂ ਨੇ ਕਰਨਾ ਹੀ ਕੁਛ ਨਹੀਂ ਸੀ, ਗੱਲਾਂ ਹੀ ਕਰਨੀਆਂ ਸੀਗੀਆਂ। ਹੁਣ 5 ਸਾਲ ਜੋ ਮੁੱਕ ਗਏ, 2 ਮਹੀਨੇ ਰਹਿ ਗਏ, ਉਦੋਂ ਇਹਨਾਂ ਨੇ ਵਿਕਰਮ ਮਜੀਠੀਏ ਨੂੰ, ਜਿਹੜੇ 5 ਸਾਲ ਇਹਨਾਂ ਦੀ ਨਹੀਂ ਚੱਲ ਸਕੀ, ਨਹੀਂ ਕੋਈ ਸਬੂਤ ਲੱਭਾ, ਕੇਸ ਸਾਰਾ ਕੁਝ ਚੱਲਦਾ ਰਿਹਾ, ਕੋਰਟਾਂ ਨੂੰ ਕੁਛ ਨਹੀਂ ਲੱਭਾ, ਅਫਸਰਾਂ ਨੂੰ ਕੁਛ ਨਹੀਂ ਲੱਭਾ, ਤੇ ਅੰਤ ਸਾਰੀ ਦੁਨੀਆ ਨੂੰ ਪਤਾ ਵੀ ਕੀ ਹੋਇਆ। 2 DGP ਬਦਲੇ, ਤੀਜਾ DGP ਲਾਇਆ, ਔਰ ਜਿਹੜਾ ਬੰਦਾ ਕੁਆਲੀਫਾਈ ਨਹੀਂ ਸੀ ਕਰਦਾ ਉਹਨੂੰ ਲਾ ਕੇ DGP ਰਾਹੀਂ SHO ਨੂੰ ਨਹੀਂ ਕਰ ਸਕਿਆ, DGP ਰਾਹੀਂ ਕੇਸ ਕਰਾਇਆ,
ਔਰ ਸਾਰੀ ਦੁਨੀਆ ਨੂੰ ਪਤਾ ਇਸ ਗੱਲ ਦਾ ਕਿ ਇਹ ਸਾਰਾ ਸਿਆਸੀਕਰਨ ਕੀਤਾ ਗਿਆ। ਜੇ ਇਹਨਾਂ ਨੂੰ ਲੱਗਦਾ ਸੀਗਾ ਵਿਕਰਮ ਕਰਾਂਦਾ ਹੈ, ਜੇ ਲੱਗਦਾ ਸੀ ਸੁਖਬੀਰ ਕਰਾਂਦਾ ਜਾਂ ਮੈਂ ਕਰਾਨੀ ਕੋਈ ਹੋਰ ਕਰਾਂਦਾ, ਲੀਡਰ ਕਰਾਂਦੇ ਸੀ ਜੇ ਅਕਾਲੀ ਦਲ ਦੇ, ਤੇ ਪਹਿਲਾਂ 5 ਸਾਲ ਕੀ ਕਰਦੇ ਸੀ? ਸੁੱਤੇ ਸੀ। ਲੱਭ ਲੈਂਦੇ, ਨਹੀਂ ਲੱਭਾ ਨਾ, ਤਾਂ ਹੀ ਹੁਣ ਆਹ ਸਾਰਾ ਕੁਝ ਇਹਨਾਂ ਨੇ ਸਿਆਸੀ ਤੌਰ ਦੇ ਉੱਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਸਭ ਕੁਝ ਕੀਤਾ। ਵੀ ਤੁਸੀਂ ਐਸਜੀਪੀਸੀ ਚ ਵੀ ਰਹੇ ਹੋ, ਉੱਥੇ ਵੀ ਸੇਵਾ ਕੀਤੀ, ਸਿਆਸਤ ਚ ਵੀ, ਕੀ ਲੱਗਦਾ ਐਸਜੀਪੀਸੀ ਤੇ ਸਿਆਸਤ ਚੋਂ ਜੇ ਤੁਹਾਨੂੰ ਪੁੱਛਣਾ ਹੋਵੇ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ? ਦੇਖੋ ਜੀ, ਮੈਂ ਤੇ ਹਰ ਥਾਂ ਦੇ ਤੇ ਆਪਣੇ ਆਪ ਨੂੰ ਸੇਵਾ ਸਮਝਦੀ ਹਾਂ। ਰਾਜਨੀਤੀ 'ਚ ਵੀ ਮੈਂ ਸੇਵਾ ਸਮਝਦੀ ਹਾਂ। ਤੁਹਾਨੂੰ ਜ਼ਿਆਦਾ ਸਕੂਨ ਕਿੱਥੇ ਮਿਲਦਾ? ਮੈਨੂੰ ਜ਼ਿਆਦਾ ਸਕੂਨ ਇੱਥੇ ਵੀ ਸੇਵਾ ਕਰਕੇ, ਜੇ ਸਰਕਾਰ ਹੋਵੇ ਚੰਗੀ ਤਰ੍ਹਾਂ ਸੇਵਾ ਕੀਤੀ ਜਾ ਸਕੇ ਫਿਰ ਤੇ ਪੂਰਾ ਸਕੂਨ ਮਿਲਦਾ। ਜੇ ਸਰਕਾਰ ਨਾ ਹੋਵੇ, ਮੈਂ ਇੱਥੇ ਲੋਕਾਂ 'ਚ ਰਵਾਂ, ਫਿਰ ਜਸਟਿਸ ਨਹੀਂ ਕਰ ਪਾ ਰਹੀ, ਫਿਰ ਇਨਸਾਫ ਨਹੀਂ ਮਿਲਦਾ, ਅਫਸਰਾਂ ਕੋਲੋਂ ਇਨਸਾਫ ਨਹੀਂ ਮਿਲਦਾ, ਆਪਣੀ ਤਰੱਕੀ ਨਹੀਂ ਹੋ ਸਕਦੀ, ਵਿਕਾਸ ਨਹੀਂ ਹੁੰਦਾ। ਆਪਣੇ ਹੱਥ 'ਚ ਤਾਕਤ ਹੋਵੇ, ਸਰਕਾਰ ਆਪਣੇ ਨਾਲ ਸਹਿਮਤ ਹੋਵੇ, ਫਿਰ ਕਿਤੇ ਜਾ ਕੇ ਸਕੂਨ ਵੀ ਮਿਲਦਾ ਵੀ ਕੰਮ ਕਰਨ ਦਾ। ਪਰ ਮੈਂ ਜ਼ਿਆਦਾ ਜਿਹੜਾ ਆਨੰਦ ਹੈ ਮੇਰੀ ਆਪਣੀ ਆਤਮਾ ਦਾ ਆਨੰਦ, ਉਹ ਮੈਂ ਬਤੌਰ ਐਸਜੀਪੀਸੀ ਦੇ ਸੇਵਾਦਾਰ ਹੋ ਕੇ, ਮੁੱਖ ਸੇਵਾਦਾਰ ਹੋ ਕੇ, ਉੱਥੇ ਮੈਨੂੰ ਜ਼ਿਆਦਾ ਆਨੰਦ ਆਉਂਦਾ, ਕਿਉਂਕਿ ਉੱਥੇ ਗੁਰੂ ਦੀ ਗੱਲ ਕੀਤੀ ਜਾਂਦੀ ਹੈ, ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ, ਉੱਥੇ ਸਮਾਜ ਦੀਆਂ ਬੁਰਾਈਆਂ ਦੇ ਖਿਲਾਫ ਬੋਲਿਆ ਜਾ ਸਕਦਾ, ਸਮਾਜ ਨੂੰ ਕਿੱਦਾਂ ਸੁੰਦਰ ਬਣਾਉਣਾ ਹੈ, ਕਿਵੇਂ ਧਰਮ ਨੂੰ ਅਸੀਂ ਸਹੀ ਢੰਗ ਦੇ ਨਾਲ ਅਪਣਾਉਣਾ, ਪਖੰਡ ਨਹੀਂ, ਭਰਮ ਨਹੀਂ, ਵਹਿਮ ਨਹੀਂ, ਐਵੇਂ ਲੋਕਾਂ ਨੂੰ ਅਸੀਂ ਧਰਮ ਦਾ ਮਖੌਟਾ ਪਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੀਏ। ਸੋ ਮੇਰਾ ਉੱਥੇ, ਕਿਉਂਕਿ ਉੱਥੇ ਬਹੁਤ ਵੱਡਾ ਫੀਲਡ ਹੈ ਧਰਮ ਦਾ ਕੰਮ ਕਰਨ ਵਿੱਚ, ਫੀਲਡ ਜ਼ਿਆਦਾ, ਕੱਲਾ ਪੰਜਾਬ ਦਾ ਲੈਵਲ ਨਹੀਂ ਰਹਿ ਜਾਂਦਾ, ਵਰਲਡ ਲੈਵਲ ਰਹਿ ਜਾਂਦੀ ਹੈ। ਦੂਜੀ ਗੱਲ ਹੈਗੀ ਹੈ ਕਿ ਉੱਥੇ ਸਕੂਲਸ ਵੀ ਨੇ, ਕਾਲਜ ਵੀ ਨੇ, ਉੱਥੇ ਮਨੁੱਖਤਾ ਦੀ ਭਲਾਈ ਦੇ ਕੰਮ ਵੀ ਨੇ, ਹਿਊਮੈਨਿਟੀ ਵੀ ਹੈ। ਹੁਣ ਜਿਸ ਤਰ੍ਹਾਂ ਅਸੀਂ ਕੋਵਿਡ ਆਇਆ, ਸਰਕਾਰ ਕੁਝ ਨਹੀਂ ਕਰ ਸਕੀ, ਸਰਕਾਰ ਹੱਥ ਖੜੇ ਕਰ ਗਈ, ਅਸੀਂ ਆਪਣੇ ਦਿਲ ਨਾਲ ਕੰਮ ਕੀਤਾ, ਵੱਧ ਤੋਂ ਵੱਧ ਕਨਸੈਂਟਰੇਟਰ ਮੰਗਾ ਕੇ ਬਾਹਰਲੇ ਦੇਸ਼ਾਂ ਚੋਂ ਖਰੀਦ ਕੇ ਅਸੀਂ ਲੋਕਾਂ ਨੂੰ ਆਕਸੀਜਨ ਪ੍ਰੋਵਾਈਡ ਕੀਤੀ, ਲੰਗਰ ਲਾਏ, ਜੋ ਦਵਾਈਆਂ ਸੀਗੀਆਂ, ਮੈਡੀਸਨ ਸੀਗੀਆਂ, ਕਿਸਾਨ ਮੋਰਚਾ ਲੱਗਾ, ਉੱਥੇ ਵੀ ਪੂਰੀਆਂ ਦਵਾਈਆਂ ਮੁਹੱਈਆ ਕਰਾਈਆਂ, ਗੱਡੀਆਂ ਉੱਥੇ ਵੈਨਾਂ ਲਾ ਕੇ ਡਾਕਟਰੀ ਇਲਾਜ ਕੀਤੇ, ਲੰਗਰ ਲਾਏ, ਤੰਬੂ ਮੁਹੱਈਆ ਕੀਤੇ, ਸਾਰੇ ਅਸੀਂ ਜਿਹਦਾ ਕਹਿੰਦੇ ਵੀ ਬੈੱਡ ਲਾ ਕੇ ਉਹਨਾਂ ਨੂੰ ਸਹੂਲਤਾਂ ਦੇ ਕੇ ਆਪਣੀ ਸੇਵਾ ਕੀਤੀ। ਬਿਲਕੁਲ ਤਨੋਂ ਸੇਵਾ ਕਰਕੇ ਮਨ ਦੀ ਸ਼ਾਂਤੀ ਮਿਲੀ। ਕਿਸਾਨ ਜੋ ਉੱਥੇ ਮਾਰੇ ਗਏ, ਉਹਨਾਂ ਦੇ ਘਰ ਦੇ ਵਿੱਚ ਥੋੜੇ ਇਕਨੋਮਿਕਲੀ 1 ਲੱਖ ਰੁਪਈਆ ਪਹੁੰਚਾਇਆ। ਸੋ ਇਹ ਆਪਣੀਆਂ ਸਕੀਮਾਂ ਬਣਾ ਸਕਦਾ ਪ੍ਰਧਾਨ ਨੂੰ ਕੋਈ ਕਿਸੇ ਸਰਕਾਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ। ਪ੍ਰਧਾਨ ਨੇ ਆਪਣੀ ਮਨੁੱਖਤਾ ਦੇ ਭਲੇ ਲਈ ਜੋ ਕਰਨਾ ਹੋਵੇ ਉਹ ਕਰ ਸਕਦਾ। ਇੱਥੇ ਤੇ ਸਰਕਾਰ ਨੇ 5 ਬੰਦੇ ਨਹੀਂ ਭਰਤੀ ਕੀਤੇ, 1 ਸਾਲ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਹਾਂ, ਕਿਤੇ ਰਿਕਾਰਡ ਕਢਾ ਲਓ, 1000 ਤੋਂ ਵੱਧ ਮੁਲਾਜ਼ਮ ਜਿਹੜੇ ਉੱਥੇ ਮੈਂ ਸਕੂਲਾਂ 'ਚ, ਕਾਲਜਾਂ 'ਚ, ਯੂਨੀਵਰਸਿਟੀ 'ਚ, ਗੁਰਦੁਆਰਿਆਂ 'ਚ, ਦਫ਼ਤਰਾਂ 'ਚ ਭਰਤੀ ਕਰਕੇ ਉਹਨਾਂ ਨੂੰ ਰੁਜ਼ਗਾਰ ਦਿੱਤਾ। ਇਹ ਤਾਂ ਮੇਰਾ ਮਨ ਸੀ ਨਾ ਵੀ ਮੈਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂ। ਉਹ ਸਾਰੇ ਜੋ ਕੁਆਲੀਫਾਈ ਕਰਦੇ ਸੀ, ਜਿਸ ਪਾਸੇ ਡਾਕਟਰੀ ਦੇ ਹਿਸਾਬ ਨਾਲ ਹਸਪਤਾਲਾਂ 'ਚ ਜਾਂ ਕਾਲਜਾਂ 'ਚ ਜਾਂ ਸਕੂਲਾਂ 'ਚ 100 ਇੰਸਟੀਟਿਊਸ਼ਨ ਦੇ ਕਰੀਬ ਹੈ ਸਾਡਾ, ਤੇ ਜਾਂ ਕਿਤੇ ਵੀ ਗੁਰਦੁਆਰਿਆਂ 'ਚ ਲੋੜ ਪਈ ਹੈ, ਸਾਰੀਆਂ ਅਸਾਮੀਆਂ ਫਿਲਅਪ ਕਰਨ ਵਾਸਤੇ ਮੈਂ ਪੂਰੇ ਯਤਨ ਕੀਤੇ ਤੇ ਸੇਵਾ ਕੀਤੀ ਹੈ। 1000 ਤੋਂ ਵੱਧ ਮੁਲਾਜ਼ਮ ਜਿਹੜਾ ਮੈਂ 1 ਸਾਲ 'ਚ ਭਰਤੀ ਕਰਕੇ। ਅੱਛਾ ਵੀ ਜਦੋਂ ਕਿਸਾਨ ਦਿੱਲੀ ਬੈਠੇ ਸੀ ਧਰਨੇ ਤੇ, ਤਾਂ ਤੁਸੀਂ ਕਿਹਾ ਸੀ ਕਿ ਉਹ ਕਿਸਾਨ ਸਾਡੇ ਹੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਹੀ ਨੇ, ਤਾਂ ਹੁਣ ਕਿਸਾਨਾਂ ਦੀ ਪਾਰਟੀ ਵੀ ਚੋਣ ਮੈਦਾਨ 'ਚ, ਕੀ ਲੱਗਦਾ ਫਿਰ ਉਹ ਜਿਹੜੇ ਦਿੱਲੀ ਬੈਠੇ ਕਿਸਾਨ ਸੀਗੇ ਉਹ ਕਿਸਾਨਾਂ ਦੇ ਪੱਖ 'ਚ ਭੁਗਤਣਗੇ ਜਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਪੱਖ 'ਚ ਆਉਣਗੇ? ਦੇਖੋ, ਕਿਸਾਨ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ, ਕਿਸਾਨ ਨਹੀਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨ ਹੈ, ਕਿਸਾਨਾਂ ਦੀ ਪਾਰਟੀ ਹੈ। ਉਹ ਯੂਨੀਅਨ ਸੀਗੀਆਂ, ਜਿਹੜੇ ਯੂਨੀਅਨ ਸੀ ਨਾ, ਉਹ ਕਹਿੰਦੇ ਸੀਗੇ ਕਿ ਲੀਡਰ ਨਾ ਅੱਗੇ ਆਉਣ, ਤੁਸੀਂ ਆਓਗੇ। ਦੇਖੋ ਉਹਨਾਂ ਚੋਣ ਲੜਨੀ ਸੀ, ਇਹਦਾ ਮਤਲਬ ਉਹਦਾ ਜੋ ਉਹਨਾਂ ਦਾ ਸੀ ਸੋਚ ਉਹ ਨਿਕਲਿਆ ਹੀ ਬਾਹਰ। ਉਹਨਾਂ ਨੇ ਤਾਂ ਸਾਨੂੰ ਰੋਕਦੇ ਹੋਣਗੇ, ਮਤਲਬ ਮੈਨੂੰ ਲੱਗਦਾ ਉਹ ਤਾਂ ਰੋਕਦੇ ਹੋਣਗੇ ਕਿ ਸਾਰੇ ਲੋਕ ਤੇ ਪਿੰਡਾਂ 'ਚੋਂ ਆ ਰਹੇ, ਸ਼ਹਿਰਾਂ 'ਚੋਂ ਆ ਰਹੇ, ਹਰ ਵਰਗ ਦੇ ਆ ਰਹੇ, ਤੇ ਸਾਡੇ ਲੋਕ ਜਿਹੜੇ ਟਰਾਲੀਆਂ ਭਰ ਕੇ ਉੱਥੇ ਬੈਠੇ ਸੀ, ਵਰਕਰ, MC, ਪੰਚਾਇਤਾਂ ਦੇ ਸਰਪੰਚ, ਸਾਡੇ MC ਸੀਗੇ, ਸਾਰੇ ਲੈ ਕੇ ਉੱਥੇ ਲੱਖਾਂ ਰੁਪਏ ਲੈ ਕੇ ਕਹੇ ਉੱਥੇ ਭਰ ਕੇ ਗੱਡੀਆਂ ਭਰ ਬੈਂਦੇ ਸੀਗੇ। ਉਹ ਲੋਕ ਅਸੀਂ ਭੇਜਦੇ ਸੀਗੇ, ਅਸੀਂ ਉੱਥੇ ਕਹਿੰਦੇ ਸੀ ਜਾ ਕੇ ਬੈਠੋ ਤਾਂ ਜੋ ਕਿਸਾਨੀ ਮੋਰਚਾ ਕਮਜ਼ੋਰ ਨਾ ਹੋਵੇ। ਅਸੀਂ ਸਾਰਾ ਸ਼੍ਰੋਮਣੀ ਕਮੇਟੀ ਕੰਮ ਕਰਦੀ ਸੀ, ਮੁਲਾਜ਼ਮ ਸਾਰੇ ਲੱਗੇ ਸੀ, ਰਾਗੀ ਜਾਂਦੇ ਸੀ, ਪ੍ਰਚਾਰਕ ਜਾਂਦੇ ਸੀ, ਢਾਡੀ ਜਾਂਦੇ ਸੀ। ਜਦੋਂ ਅਸੀਂ ਇਸੇ ਸਾਰੇ ਅਮਲਾ ਫੈਲਾ ਭੇਜਦੇ ਸੀਗੇ, ਸਾਨੂੰ ਕਿਉਂ ਰੋਕ ਸੀ? ਸਾਨੂੰ ਇਹ ਰੋਕਦੇ ਸੀ, ਮੈਂ ਸਾਰਿਆਂ ਨੂੰ ਕਹਿੰਦੀ ਸੀ ਕਿ ਮੇਰਾ ਜੀ ਕਰਦਾ ਮੈਂ ਉੱਥੇ ਆ ਕੇ ਸੁਪਰਵਿਜ਼ਨ ਕਰਾਂ, ਮੈਂ ਉੱਥੇ ਆ ਕੇ ਤਕਲੀਫ ਦੇਖਾਂ। ਕਹਿੰਦੇ ਸੀ ਬੀਬੀ ਜੀ ਤੁਸੀਂ ਨਾ ਆਇਓ, ਬਾਕੀ ਏਦਾਂ ਸਾਡੀ ਸੇਵਾ ਕਰੀ ਜਾਓ। ਕੌਣ? ਕਿਸਾਨ ਯੂਨੀਅਨ ਕਹਿੰਦੇ? ਕਿਸਾਨ ਕਿਹੜੇ ਆਗੂ ਨੇ ਕਿਹਾ ਸੀ?
ਜਸਵੀਰ ਸੇ ਸਾਡਾ ਹੀ ਸੀ ਲਿਟਾਂ ਦਾ, ਦੂਜੇ ਵੀ ਸੀ ਜਿਹੜੇ ਪਟਿਆਲੇ ਵਾਲੇ, ਮਤਲਬ ਜਿੰਨੇ ਵੀ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਸੀਗੀ, ਉਹ ਜਦੋਂ ਮੈਨੂੰ ਫੋਨ ਕਰ ਦਿੰਦੇ ਹੁੰਦੇ ਸੀ ਵੀ ਇੰਨੇ ਹੁਣ ਟੈਂਟ ਲਵਾ ਦਿਓ, ਵਾਟਰ ਪ੍ਰੂਫ ਉੱਥੇ ਲਵਾ ਦਿਓ, ਗਾਜ਼ੀਆਬਾਦ ਲਵਾ ਦਿਓ, ਇੱਥੇ ਲਵਾ ਦਿਓ। ਚੜੂਨੀ ਮੈਨੂੰ ਫੋਨ ਬੜੇ ਕਰਦਾ ਰਿਹਾ, ਮਤਲਬ ਸਾਰੀ। ਹੁਣ ਇਹ ਸਾਨੂੰ ਪਤਾ ਸੀਗਾ ਕਿ ਇਹਨਾਂ ਦੀ ਚਾਲ ਹੋਏਗੀ ਕੋਈ, ਪਰ ਅਸੀਂ ਨਹੀਂ ਸੀ ਡਿਸਟਰਬ ਕਰਨਾ ਚਾਹੁੰਦੇ, ਕਿਉਂਕਿ ਬਾਦਲ ਸਾਹਿਬ ਦਾ ਹੁਕਮ ਸੀ ਵੀ ਆਪਾਂ ਕਿਸਾਨ ਮੋਰਚੇ ਨੂੰ ਡਿਸਟਰਬ ਨਹੀਂ ਕਰਨਾ, ਅਸੀਂ ਬਾਹਰ ਕੰਮ ਕਰੀਏ। ਅਸੀਂ ਬਾਹਰ ਕੰਮ ਕੀਤਾ, ਅਸੀਂ ਜੋ ਜਲਸੇ ਕੀਤੇ, ਜੋ ਅਸੀਂ ਰੈਲੀਆਂ ਕੀਤੀਆਂ, ਕਿਸਾਨਾਂ ਦੀ ਤਾਕਤ ਬਣਾਉਣ ਵਾਸਤੇ ਕੀਤੀਆਂ, ਕਿਉਂਕਿ ਅਸੀਂ ਕਿਸਾਨ ਹੈ, ਸਾਡਾ ਦਰਦ ਹੈ। ਜੇ ਅਸੀਂ ਉੱਥੋਂ ਸਰਦਾਰੀਆਂ ਛੱਡੀਆਂ, ਸਰਕਾਰ ਛੱਡੀ, ਜੇ ਅਸੀਂ ਅਲਾਇੰਸ ਤੋੜਿਆ, ਜੇ ਅਸੀਂ ਉਹਨਾਂ ਦੇ ਖਿਲਾਫ ਅੰਦਰ ਪਾਰਲੀਮੈਂਟ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਨੇ ਡਟ ਕੇ ਉੱਥੇ ਉਹਨਾਂ ਦੀ ਵਿਰੋਧਤਾ ਕੀਤੀ, ਡਟ ਕੇ ਉਹਨਾਂ ਦੇ ਖਿਲਾਫ ਵੋਟ ਪਾਈ, ਉਹ ਤਾਂ ਹੀ ਪਾਈ ਸੀ ਵੀ ਕਿਸਾਨਾਂ ਦੀ ਮਦਦ ਕਰਨ ਵਾਸਤੇ। ਇਹ ਤਾਂ ਬਾਹਰ ਤੇ ਇਹਨਾਂ ਨੇ ਆਪਣੀ ਤਾਕਤ ਬਣਾਉਣ ਵਾਸਤੇ ਇਹਦਾ ਮਤਲਬ ਲਾਇਆ ਸੀ ਨਾ ਧਰਨਾ। ਕੋਈ ਗੱਲ ਨਹੀਂ, ਸਾਡੇ ਕਾਨੂੰਨ ਜਿਹੜੇ ਹੈ ਉਹ ਰੱਦ ਹੋਏ, ਸਾਨੂੰ ਖੁਸ਼ੀ ਹੈ, ਸਾਨੂੰ ਆਨੰਦ ਹੈ ਕਿ ਅੱਜ ਪੰਜਾਬ ਦੇ ਕਿਸਾਨ ਸਕੂਨ ਮਹਿਸੂਸ ਕਰਦੇ ਆ। ਹੁਣ ਦੇਖੋ ਬਾਹਰਲੇ ਦੇਸ਼ਾਂ 'ਚ ਬੈਠੇ, ਉਹਨਾਂ ਨੇ ਕਿਹੜੀ ਚੋਣ ਲਾਣੀ ਸੀ ਇੱਥੇ ਆ ਕੇ, ਉਹਨਾਂ ਨੇ ਵੀ ਇੱਥੋਂ ਮਦਦ ਕੀਤੀ, ਬਾਹਰਲੀ ਸਟੇਟਾਂ 'ਚ ਵੀ ਮਦਦ ਕੀਤੀ। ਹੁਣ ਇਹ ਅਸੀਂ ਸੋਚੀਏ ਵੀ ਇਕੱਲੇ ਉਹਨਾਂ ਨੇ ਕੀਤਾ, ਯੂਨੀਅਨ ਵਾਲਿਆਂ ਨੇ, ਯੂਨੀਅਨ ਵਾਲੇ ਜੀ ਸਦਕੇ ਚੋਣ ਲੜਨ, ਮੈਂ ਨਹੀਂ ਕਹਿੰਦੀ, ਕਿਉਂਕਿ ਹਰ ਇੱਕ ਨੂੰ ਡੈਮੋਕ੍ਰੇਸੀ ਵਿੱਚ ਹੱਕ ਹੈ, ਪਰ ਇਹ ਕਹਿਣਾ ਕਿ ਉੱਥੇ ਇਕੱਲੇ ਯੂਨੀਅਨ ਵਾਲੇ ਸਾਰਾ ਕੁਝ ਧਰਨੇ ਲਾ ਕੇ ਬੈਠੇ ਸੀ, ਨਹੀਂ, ਇਹ ਤੇ ਸਾਰੀਆਂ ਪਾਰਟੀਆਂ, ਕੋਈ ਕਿਸਾਨ, ਕੋਈ ਪਾਰਟੀ ਦਾ ਸੀ, ਈਵਨ ਕਾਂਗਰਸ ਵਾਲੇ ਵੀ, ਮੈਂ ਨਹੀਂ ਕਹਿ ਸਕਦੀ ਵੀ ਉਹ ਨਹੀਂ ਹੋਣਗੇ, ਉਹ ਵੀ ਜਾਂਦੇ ਸੀ, ਪਰ ਜਦੋਂ ਉਹਨਾਂ ਲੀਡਰ ਜਾਂਦੇ ਸੀਗੇ ਤੇ ਕੀ ਹਾਲ ਕਰਦੇ ਰਹੇ, ਸਾਰਿਆਂ ਨੂੰ ਪਤਾ ਹੀ ਹੈ, ਉੱਥੇ ਐਮਪੀ ਨੂੰ ਕਿੱਦਾਂ ਕੁੱਟਿਆ ਸੀਗਾ। ਮਤਲਬ ਇਹ ਨਹੀਂ ਹੋਣਾ ਚਾਹੀਦਾ, ਹਰ ਇੱਕ ਦਾ ਹੱਕ ਹੈ। ਜੇ ਆਪਣੀਆਂ ਲੋਕਾਂ ਨੇ ਮਹਿਸੂਸ ਕੀਤਾ ਸੀ ਕਿ ਇਹ ਸਾਡਾ ਸਾਰੇ ਦੇਸ਼ ਦਾ ਮੁੱਦਾ ਹੈ, ਤੇ ਦੇਸ਼ ਦੇ ਲੋਕ ਜੇ ਯੂਨਿਟੀ ਬਣਾ ਕੇ ਉੱਥੇ ਲੜ ਰਹੇ ਸੀ, ਤਾਕਤ ਵੀ ਤਾਂ ਹੀ ਬਣੀ ਹੈ ਜੇ ਭਾਰਤ ਸਰਕਾਰ ਕਿਤੇ ਝੁਕੀ ਹੈ, ਤੇ ਉਹ ਇਸ ਲਈ ਝੁਕੀ ਹੈ ਕਿ ਸਾਰਾ ਦੇਸ਼ ਇਕੱਠਾ ਹੋ ਗਿਆ। ਸੋ ਕਿਸੇ ਮੁੱਦੇ ਉੱਤੇ ਦੇਸ਼ ਇਕੱਠਾ ਹੋਇਆ, ਕਿਉਂਕਿ ਕਿਸਾਨੀ ਸਾਡੀ ਜੜ ਹੈ, ਕਿਸਾਨੀ ਸਾਡੀ ਅੰਨਦਾਤਾ ਹੈ। ਸੋ ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਕਿਸਾਨ ਹੁਣ ਦੇਖੋ, ਮੈਂ ਕਿਸੇ ਦੇ ਕੰਤੂ ਨਹੀਂ ਕਰਨਾ ਚਾਹੁੰਦੀ, ਜਿਹੜੇ ਲੋਕ ਖੜੇ ਆ ਉਹਨਾਂ ਨੂੰ ਪੁੱਛੋ ਵੀ ਉਹ ਕਿੰਨੀ ਕਿਸਾਨੀ ਕਰਦੇ ਆ, ਕਿੰਨੀ ਖੇਤੀ ਕਰਦੇ। ਮੈਂ ਹੁਣ ਮੇਰੇ ਕੋਲ ਜ਼ਮੀਨ ਹੈ, ਮੈਂ ਖੇਤੀ ਕਰਦੀ ਹਾਂ, ਮੈਂ ਕਿਸਾਨ ਨਹੀਂ, ਕੋਈ ਵੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਕਿਸਾਨ ਨਹੀਂ, ਪ੍ਰਕਾਸ਼ ਸਿੰਘ ਬਾਦਲ ਕਿਸਾਨ ਨਹੀਂ, ਲੀਡਰ ਕੋਈ ਦੇਖ ਲਓ ਅਕਾਲੀ ਲੈਂਡ ਲੌਰਡ ਨੇ, ਉਹ ਕਿਸਾਨ ਨਹੀਂ। ਸੋ ਉਹ ਕਦੋਂ ਚਾਹਣਗੇ ਕਿ ਸਾਡੇ ਕਾਲੇ ਕਾਨੂੰਨ ਲਾਗੂ ਹੋਣ। ਸੋ ਇਸ ਕਰਕੇ ਹਰ ਪਾਰਟੀ ਦਾ ਲੀਡਰ, ਭਾਵੇਂ ਕੋਈ ਕਾਂਗਰਸੀ ਸੀ, ਭਾਵੇਂ ਕੋਈ ਆਮ ਦਾ ਸੀ, ਭਾਵੇਂ ਕੋਈ ਦੂਜਾ ਸੀ, ਜਿਹੜੇ ਲੋਕ ਸੱਚੀ ਕਿਸਾਨੀ ਨਾਲ ਸੰਬੰਧਿਤ ਹੋਣਗੇ ਜ਼ਰੂਰ ਉੱਥੇ ਜਾ ਕੇ ਬੈਠੇ। ਜੀ ਮੇਰਾ ਆਖਰੀ ਸਵਾਲ, ਪਿਛਲੀਆਂ ਚੋਣਾਂ ਦੇ ਵਿੱਚ ਤੁਹਾਡੇ ਤੇ ਸੁਖਪਾਲ ਖਹਿਰਾ ਦਾ ਜਿਹੜਾ ਮਾਰਜਨ ਸੀ ਉਹ 8,000 ਦੋਨਾਂ ਦਾ ਜ਼ਿਆਦਾ ਸੀ, ਤੇ ਇਸ ਵਾਰ ਤੁਹਾਨੂੰ ਕੀ ਲੱਗਦਾ, ਤੁਸੀਂ ਕਿੰਨੀ ਕੁ, ਜਿਹੜਾ ਤੁਹਾਡਾ ਦਾਅਵਾ, ਤੁਸੀਂ ਕਿੰਨੀ ਕੁ ਲੀਡ ਤੇ ਜਿੱਤ ਹਾਸਲ ਕਰੋਗੇ? ਦੇਖੋ, ਪਿਛਲੀ ਵਾਰੀ ਜਿਹੜਾ ਮਾਰਜਨ ਸੀ ਨਾ ਜੀ, ਕਾਂਗਰਸ ਵੱਲੋਂ ਜਿੱਤ ਨਹੀਂ ਸੀ ਸਕਦੇ, ਕਾਂਗਰਸ ਵਿੱਚ ਲਗਾਤਾਰ ਰਹੇ, ਜਿੱਤ ਨਹੀਂ ਸੀ ਸਕਦੇ। ਇਹਦਾ ਮਤਲਬ ਕਾਂਗਰਸ ਦਾ ਇੱਥੇ ਆਧਾਰ ਖਤਮ ਹੋ ਸੀ। ਉਸ ਤੋਂ ਬਾਅਦ ਇਹ ਆਮ ਆਦਮੀ, ਇਹਨਾਂ ਸਾਰਿਆਂ ਨੇ ਸਲਾਹ ਕੀਤੀ ਵਰਕਰਾਂ ਨੇ, ਔਰ ਇਹਨਾਂ ਰਲ ਕੇ ਉਦੋਂ ਇਹ ਮਤਾ ਪਕਾ ਲਿਆ ਕਿ ਆਮ ਆਦਮੀ ਪਾਰਟੀ ਦੀ ਵੇਵ ਆਪਣੇ ਇਲਾਕੇ 'ਚ ਥੋੜੀ NRI ਬੱਚੇ ਨੇ, ਜ਼ਿਆਦਾ ਇਲਾਕਾ NRI ਹੈ, ਉਹਨਾਂ ਦੀ ਵੇਵ ਜਿਹੜੀ ਇੱਕਦਮ ਚੱਲ ਰਹੀ ਹੈ, ਤੁਸੀਂ ਇਦਾਂ ਕਰੋ ਕਿ ਆਮ ਆਦਮੀ ਪਾਰਟੀ ਜੁਆਇਨ ਕਰ ਲਓ। ਸਿਰਫ ਐਵੇਂ ਥੋੜੇ ਦਿਨ ਪਹਿਲੇ ਹੀ ਨਾ ਜੁਆਇਨ ਕੀਤਾ ਤੇ ਟਿਕਟ ਲੈ ਲਈ। ਜਿਹੜਾ ਕਾਂਗਰਸ ਵਿੱਚ ਸੀਗਾ ਪਹਿਲਾ ਮੁੰਡਾ, ਜਿਹੜਾ ਸਾਡੇ ਨਾਲ ਅਕਾਲੀ ਦਲ ਦਾ ਸੀਗਾ, ਇੱਕ ਵਰਕਰ ਠਾ ਕੇ ਉਹਨਾਂ ਕਾਂਗਰਸ ਦੀ ਟਿਕਟ ਦਿੱਤੀ, ਉਹਦੀ 5,506 ਦੇ ਵਿੱਚ ਵੋਟਾਂ ਨਿਕਲੀਆਂ। ਇਹਨੂੰ ਤਾਂ ਸਾਡੀ 42,000 ਨਿਕਲੀ, ਇਹਦੀ 46,000 ਨਿਕਲੀ, ਕੁਛ ਏਦਾਂ ਸੀਗੀ, 48, ਚਲੋ 42-48, ਮਤਲਬ 3,500 ਦਾ ਮਾਰਜਨ ਸੀਗਾ, ਮਤਲਬ 3,500 ਦਾ ਫਰਕ ਪੈ ਜਾਂਦਾ, 7,000 ਹੋਵੇ ਤੇ 8,000। ਹੁਣ ਇਸ ਬੰਦੇ ਨੂੰ ਆਮ ਦੀ ਵੋਟ ਪੈ ਗਈ, ਤੇ ਜਿਹੜੀ ਇਹਦੀ ਜਿਹੜੀ ਕਾਂਗਰਸ ਦੀ ਸੀ ਉਹ ਵੀ ਸਾਰੀ ਵੋਟ ਪੈ ਗਈ। ਕਾਂਗਰਸ ਦੇ ਜ਼ਮਾਨਤ ਜ਼ਬਤ ਹੋਈ ਨਾ, ਇਹਦਾ ਮਤਲਬ ਇਕੱਠੇ ਹੋ ਗਏ ਤਾਂ ਇੰਨੀ ਵੋਟ ਹੋਈ ਸੀ, ਨਹੀਂ ਤੇ ਇੱਥੇ ਜਿੱਤ ਹੀ ਨਹੀਂ ਸਕਦਾ ਭਾਵੇਂ ਜੋ ਮਰਜ਼ੀ ਹੋ ਜੇ। ਦੂਸਰਾ, ਉਸ ਵੇਲੇ ਕਿਉਂਕਿ ਮੈਂ ਆਊਟ ਸੀ, ਮੈਂ ਚੋਣ ਨਹੀਂ ਸੀ ਲੜੀ, ਯੁਵਰਾਜ ਨਵਾਂ ਸੀ, ਪਰ ਫਿਰ ਵੀ ਸਾਰੇ ਪੰਜਾਬ ਨੂੰ ਦੇਖ ਲਓ, ਕਿਸੇ ਪੰਜਾਬ ਦੇ ਵਿੱਚ 20,000 ਤੇ ਹਰਿਆ, ਕੋਈ 25 ਤੇ ਹਰਿਆ, ਕੋਈ 15 ਤੇ ਹਰਿਆ, ਕੋਈ 18 ਤੇ ਹਰਿਆ। ਸਾਡੇ ਇਲਾਕੇ 'ਚ ਉਦੋਂ ਵੀ ਇੰਨੀ ਵੇਵ ਹੋਵੇ, NRI ਇਲਾਕਾ ਹੋਵੇ, ਉਦੋਂ ਵੀ ਕੇਵਲ ਇੰਨਾ ਕੁ ਮਾਰਜਨ ਘਟਿਆ। ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਹੁਣ ਸਾਰੀ ਵੇਵ ਅਕਾਲੀ ਦਲ ਦੇ ਹੱਕ 'ਚ, ਸਾਡੇ ਹਲਕੇ ਦੀ NRI ਵੀ ਬੱਚੇ ਤੇ ਸਾਰਾ ਇਲਾਕਾ ਵੀ, ਤੇ ਬਹੁਜਨ ਸਮਾਜ ਪਾਰਟੀ ਵੀ ਸਾਡੇ ਥੋੜਾ ਬਹੁਤਾ ਇਫੈਕਟ ਕਰਦੀ ਹੈ, ਕਿਉਂਕਿ ਇੱਥੇ ਥੋੜੀ ਜਿਹੜੀ ਸਾਡੀ ਬਾਲਮਿਕ ਵੋਟ ਹੈ, ਉਹਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਕੁਝ ਹੈਗੇ ਨੇ ਲੋਕੀ। ਸੋ ਉਹਦੇ ਨਾਲ ਮੇਰਾ ਖਿਆਲ ਹੈ ਕਿ ਬਹੁਤ ਅੱਛਾ ਮਾਰਜਨ ਵੀ ਰਹੇਗਾ, ਤੇ ਲੋਕਾਂ ਨੂੰ ਮੇਰੇ ਤੇ ਕੋਈ ਗਿਲਾ ਹੀ ਨਹੀਂ,
ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਕੋਈ ਪਾਰਟੀ ਦੇ ਪ੍ਰਤੀ, ਕੋਈ ਕਿਸੇ ਪ੍ਰਤੀ, ਕੋਈ ਸੇਵਾਵਾਂ ਪ੍ਰਤੀ, ਲੋਕਾਂ ਦੇ 24 ਘੰਟੇ 5 ਸਾਲ ਮੈਂ 5 ਸਾਲ ਕੀ ਮੈਂ ਸਾਰੀ ਜ਼ਿੰਦਗੀ ਰਹਿਣੀ, ਇਹ 5 ਸਾਲ ਚ ਪੂਰੇ 5 ਸਾਲ ਨਹੀਂ ਬੜੇ 1 ਮਹੀਨਾ ਵਿੱਚ ਆਈ ਸੀ, ਉਸ ਤੋਂ ਬਾਅਦ ਜੇਲ੍ਹ ਚਲੇ ਗਏ। ਸੋ ਜਿਹੜਾ ਵਿਅਕਤੀ 5 ਸਾਲ ਐਮਐਲਏ ਦੀ ਵੋਟ ਲੈ ਕੇ ਮੁੜ ਕੇ ਉੱਥੇ ਐਲਓਪੀ ਬਣ ਕੇ ਵੀ ਇਹਨਾਂ ਨੇ ਕੰਮ ਨਹੀਂ ਕੋਈ ਕੀਤਾ, ਤੇ ਲੋਕਾਂ ਦੇ ਮਨ ਚ ਕੀ ਰੋਸ ਨਹੀਂ ਹੁੰਦਾ? ਗੱਲਾਂ ਤੇ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ, ਪਰ ਮੈਂ ਸਮਝਦੀ ਹਾਂ ਕਿ ਗੁਰੂ ਕਿਰਪਾ ਕਰੇਗਾ। ਮੈਨੂੰ ਲੋਕਾਂ ਤੇ ਬਹੁਤ ਵਿਸ਼ਵਾਸ ਹੈ, ਮੇਰੇ ਲੋਕ ਬਹੁਤ ਸਿਆਣੇ ਹੈ, ਹਲਕਾ ਭੁਲੱਥ ਦੇ ਬਹੁਤ ਸੂਝਵਾਨ ਵੋਟਰ ਹੈ, ਇਹ ਛੇਤੀ ਕਿਤੇ ਇੱਧਰ ਉੱਧਰ ਨਹੀਂ ਜਾਂਦੇ। ਪਿਛਲੀ ਵਾਰ ਦਾ ਪਛਤਾਵਾ ਇੰਨਾ ਮਨ ਚ ਲੱਗਾ ਹੋਇਆ ਇਹਨਾਂ ਦੇ ਕਿ ਅਸੀਂ ਗਲਤੀ ਕਰ ਬੈਠੇ। ਹੁਣ ਵਾਹਿਗੁਰੂ ਕਿਰਪਾ ਕਰੇਗਾ, ਬਹੁਤ ਅੱਛੀ ਲੀਡ ਦੇ ਨਾਲ ਅਸੀਂ ਅੱਗੇ ਵਧਾਂਗੇ। ਸ਼ੁਕਰੀਆ ਬੀਬੀ, ਧੰਨਵਾਦ ਸਮਾਂ ਦੇਣ ਦੇ ਲਈ। ਸੋ ਸਨ ਬੀਬੀ ਜਗੀਰ ਕੌਰ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਮੁਕਾਬਲਾ ਸੁਖਪਾਲ ਸਿੰਘ ਖਹਿਰਾ ਦੇ ਨਾਲ। ਤਾਂ ਬੀਬੀ ਜਗੀਰ ਕੌਰ ਆਖਦੇ ਨੇ ਕਿ ਅਸਲੀ ਮੁਕਾਬਲਾ ਹੀ ਹੁਣ ਸ਼ੁਰੂ ਹੋਇਆ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ਚੋਂ ਬਾਹਰ ਆਏ ਨੇ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭੁਲੱਥ ਦੇ ਵੋਟਰ ਪਿਛਲੀ ਵਾਰ ਗਲਤੀ ਕਰ ਬੈਠ ਗਏ ਸੀ ਤੇ ਇਸ ਵਾਰ ਭੁਲੱਥ ਦੇ ਵੋਟਰ ਉਹ ਗਲਤੀ ਨਹੀਂ ਕਰਨਗੇ ਤੇ ਬੀਬੀ ਜਗੀਰ ਕੌਰ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।